सत श्री अकाल भी सारिਆਂ ਨੂੰ स्वागत है ਤੁਹਾਡਾ ਉਡਾਨ ਇੰਸਟੀਚਿਊਟ ਬਠਿੰਡਾ ਦੇ YouTube ਚੈਨਲ ਤੇ। ਜਿਵੇਂ ਕਿ ਸਾਨੂੰ ਪਤਾ ਹੈ ਕਿ ਮਾਸਟਰ ਕੇਡਰ ਦੀਆਂ ਵੈਕੈਂਸੀਜ਼ ਨੇ ਜਿਹੜੀਆਂ ਉਹ ਮਾਰਕੀਟ ਦੇ ਵਿੱਚ ਆ ਰਹੀਆਂ ਨੇ। ਇੱਕ ਬਹੁਤ ਵੱਡੇ ਇੰਤਜ਼ਾਰ ਤੋਂ ਬਾਅਦ ਜਿਹੜੀ ਪੰਜਾਬ ਸਰਕਾਰ ਆ ਉਹ ਸਾਡੀ ਗੱਲ ਸੁਣੂਗੀ ਤੇ ਵੈਕੈਂਸੀਜ਼ ਆਊਟ ਹੋ ਰਹੀਆਂ ਨੇ। ਸੋ ਆਪਾਂ ਮਾਸਟਰ ਕੇਡਰ ਦੇ ਰਿਲੇਟਡ ਥੋੜਾ ਜਿਹਾ ਟੌਪਿਕ ਹੈ ਜਿਹੜਾ ਉਹ ਡਿਸਕਸ ਕਰਾਂਗੇ। ਜਿਹੜਾ ਆਪਣਾ ਕਲਾਸ ਦਾ ਸਬਜੈਕਟ ਹੋਊਗਾ ਉਹ ਹੋਊਗਾ ਮਾਸਟਰ ਕੇਡਰ SST ਜਿਹੜੇ ਕੰਬੀਨੇਸ਼ਨ ਵਾਲੇ ਬੱਚੇ ਨੇ ਉਹਨਾਂ ਦਾ ਪੋਲੀਟੀਕਲ ਸਾਇੰਸ। ਇਹਦੇ ਨਾਲ ਸੰਬੰਧਿਤ ਤੁਹਾਨੂੰ 2-3 ਵੀਡੀਓਜ਼ ਹੋਰ ਐਜ਼ ਅ ਡੈਮੋ ਉਡਾਨ ਇੰਸਟੀਚਿਊਟ ਬਠਿੰਡਾ ਦੇ YouTube ਚੈਨਲ ਤੇ ਮਿਲ ਜਾਣਗੀਆਂ। ਜੇ ਤੁਸੀਂ ਸਾਡਾ ਆਨਲਾਈਨ ਜਾਂ ਆਫਲਾਈਨ ਕੋਰਸ ਪਰਚੇਜ਼ ਕਰਨਾ ਚਾਹੁੰਦੇ ਹੋ ਤਾਂ ਨੀਚੇ ਦਿੱਤੇ ਹੋਏ ਕੰਟੈਕਟ ਨੰਬਰ ਨੇ ਜਿਹੜੇ ਉਹਨਾਂ ਦੇ ਉੱਪਰ ਤੁਸੀਂ ਕੰਟੈਕਟ ਕਰਕੇ ਕਿਸੇ ਵੀ ਤਰੀਕੇ ਦੀ ਇਨਫੋਰਮੇਸ਼ਨ ਲੈ ਸਕਦੇ ਹੋ। ਸੋ 4-5 ਡੈਮੋ ਕਲਾਸਿਸ ਨੇ ਜਿਹੜੇ YouTube ਤੇ ਰਹਿਣ ਵਾਲੇ ਨੇ। ਸੋ SST ਕੰਬੀਨੇਸ਼ਨ ਵਾਲੇ ਬੱਚਿਆਂ ਨੂੰ 2 ਸਬਜੈਕਟ ਜਿਹੜੇ ਹੈਗੇ ਨੇ ਹਿਸਟਰੀ ਤੇ ਪੋਲੀਟੀਕਲ ਸਾਇੰਸ ਜਿਹਨਾਂ ਦਾ ਕੰਬੀਨੇਸ਼ਨ ਹੈਗਾ। ਸੋ ਅੱਜ ਆਪਾਂ ਪੋਲੀਟੀਕਲ ਸਾਇੰਸ ਹੈ ਜਿਹੜਾ ਉਹਦੇ ਬਾਰੇ ਡਿਸਕਸ ਕਰਾਂਗੇ। ਪੋਲੀਟੀਕਲ ਸਾਇੰਸ ਦਾ ਇੱਕ ਇੰਟਰੋਡਕਸ਼ਨ ਲੈਕਚਰ ਹੈ ਜਿਹੜਾ ਆਪਾਂ ਡਿਸਕਸ ਕਰ ਚੁੱਕੇ ਹਾਂ ਕਿ ਪੋਲੀਟੀ है कि ये असी की पढ़न जा रहे हैं, मेनली किहड़ी चीज़ से असी कॉन्सनट्रेट करांगे। अज वाला जो टॉपिक होगा बहुत इंपॉर्टेंट रहने वाला आ क्योंकि बहुत सारे बच्चों को बहुते सारे कॉन्सैप्ट उहदे नाल संबंधित क्लीयर आउट नहीं होंगे। मतलब तुसीं सुनिया गिणिया जरूर हुंदा पर बरीकियां दे नाल जिहड़े तुहानूं सवाल पूछे जाते हैं पेपर दे विच ओह किते ना किते तुहाडे तो स्किप हो जाते हैं क्योंकि तुसीं रिलेटेड टू जिहड़ा कॉम्पीटिटिव कंटेंट है उहनूं एक जगह ते पढ़ नहीं पाउंदे। हुण बहुते सारे बच्चे तुहाडे चों BA MA बैकग्राउंड दे होणगे, थ्योरैटिकली तुसीं बहुते ज़्यादा पोर्शन ਜਿਹੜੇ ਪੜ੍ਹ ਚੁੱਕੇ ਹੋ ਪਰ ਐਜ਼ ਆ ਪੁਆਇੰਟ ਐਜ਼ ਆ ਕੁਐਸਚਨ ਆਬਜੈਕਟਿਵ ਫਾਰਮ ਦੇ ਵਿੱਚ ਕਿਹੜੇ ਤਰੀਕੇ ਨਾਲ ਤੁਸੀਂ ਕਵਰ ਅਪ ਕਰਨਾ ਉਹਨੂੰ ਆਪਾਂ ਅੱਜ ਦੇ ਟੌਪਿਕ ਦੇ ਵਿੱਚ ਕਵਰ ਅਪ ਕਰਾਂਗੇ। ਸੋ ਜਿਹੜਾ ਸਾਡਾ ਪੋਲੀਟੀਕਲ ਸਾਇੰਸ ਦੇ ਵਿੱਚ ਅੱਜ ਦਾ ਟੌਪਿਕ ਰਹਿਣ ਵਾਲਾ ਉਹ ਹੈਗਾ ਜੀ ਸਾਡਾ ਬਿੱਲਾਂ ਦੇ ਨਾਲ ਸੰਬੰਧਿਤ, ਜਿਹਨੂੰ ਤੁਸੀਂ ਪੰਜਾਬੀ ਇੰਗਲਿਸ਼ ਦੇ ਵਿੱਚ ਬਿੱਲ ਹੀ ਕਾਲ ਕਰਦੇ ਹੋ। ਹੁਣ ਦੇਖੋ ਸਾਡੇ ਦੇਸ਼ ਦੇ ਵਿੱਚ ਜਿਹੜਾ ਮੈਂ ਪੋਲੀਟੀਕਲ ਦਾ ਫਸਟ ਲੈਕਚਰ ਕਹਿ ਲਓ ਕਿ ਇੰਟਰੋਡਕਟਰੀ ਲੈਕਚਰ ਪਾਇਆ ਸੀ, ਉਹਦੇ ਵਿੱਚ ਆਪਾਂ ਇੱਕ ਚੀਜ਼ ਡਿਸਕਸ ਕੀਤੀ ਕਿ ਸਾਡੇ ਦੇਸ਼ ਦੇ ਵਿੱਚ ਜਦੋਂ ਕੋਈ ਵੀ ਨਵਾਂ ਕਾਨੂੰਨ ਬਣਨਾ ਹੋਵੇ ਤਾਂ ਨਵੇਂ ਕਾਨੂੰਨ ਬਣਨ ਦੇ ਲਈ ਜਿਹੜਾ ਸਾਡਾ ਫਸਟ ਸਟੈਪ ਹੈਗਾ ਉਹ ਕਿਹਦੇ ਨਾਲ ਸੰਬੰਧਿਤ ਹੈ? ਬਿੱਲ ਦੇ ਨਾਲ ਸੰਬੰਧਿਤ ਹੈ ਨਾ। ਫਸਟ ਸਟੈਪ ਬਿੱਲ ਦਾ ਮਤਲਬ ਕੀ ਹੋਇਆ ਕਿ ਸਾਡੇ ਦੇਸ਼ ਦੇ ਵਿੱਚ ਕਾਨੂੰਨ ਬਣਾਉਣ ਦੀ ਅਥਾਰਟੀ ਸਾਡੇ ਦੇਸ਼ ਦੀ ਕਿਹਦੇ ਕੋਲੇ ਹੈ? ਸੰਸਦ ਕੋਲੇ ਹੈ। ਜਦੋਂ ਸਾਡੇ ਦੇਸ਼ ਦੇ ਵਿੱਚ ਨਵਾਂ ਕੋਈ ਵੀ ਕਾਨੂੰਨ ਬਣਨਾ ਉਹਦੇ ਲਈ ਪਹਿਲਾ ਸਟੈਪ ਹੈ ਕਿ ਅਸੀਂ ਉੱਥੇ ਜਿਹੜਾ ਬਿੱਲ ਹੈ ਉਹਨੂੰ ਇੰਟਰੋਡਿਊਸ ਕਰਾਉਣਾ ਹੈਗਾ। ਕਿਹੜੀ ਜਗ੍ਹਾ ਤੇ ਇੰਟਰੋਡਿਊਸ ਕਰਾਉਣਾ ਹੈਗਾ? ਸੰਸਦ ਦੇ ਵਿੱਚ ਇੰਟਰੋਡਿਊਸ ਕਰਾਉਣਾ ਹੈਗਾ। ਸਾਡੀ ਜਿਹੜੀ ਸੰਸਦ ਹੈ ਉਹਦੇ 3 ਆਰਗਨਸ ਹੈਗੇ ਨੇ। ਕਿਹੜੇ 3 ਆਰਗਨਸ ਨੇ? ਲੋਕ ਸਭਾ ਹੈਗਾ, ਰਾਜ ਸਭਾ ਜਾਂ ਰਾਜ ਸਭਾ ਹੈਗਾ, ਔਰ ਤੀਸਰਾ ਸਾਡੇ ਦੇਸ਼ ਦਾ ਕੀ ਹੈ? ਰਾਸ਼ਟਰਪਤੀ। ਜੇ ਕਿਤੇ ਸਾਡੀ ਸੰਸਦ ਦੇ ਲੋਕ ਸਭਾ ਦੇ ਵਿੱਚੋਂ ਵੀ ਬਿੱਲ ਪਾਸ ਹੋ ਜਾਂਦਾ ਹੈ, ਰਾਜ ਸਭਾ ਚੋਂ ਵੀ ਪਾਸ ਹੋ ਜਾਂਦਾ ਹੈ, ਰਾਸ਼ਟਰਪਤੀ ਵੀ ਸਾਈਨ ਕਰ ਦਿੰਦਾ ਹੈ ਤਾਂ ਉਹੀ ਬਿੱਲ ਸਾਡੇ ਦੇਸ਼ ਦੇ ਵਿੱਚ ਕੀ ਬਣ ਜਾਂਦਾ ਹੈ? ਕਾਨੂੰਨ ਬਣ ਜਾਂਦਾ ਹੈ। ਸੋ ਬੇਸਿਕਲੀ ਅੱਜ ਦੇ ਲੈਕਚਰ ਦੇ ਵਿੱਚ ਆਪਾਂ ਇੱਕ ਪ੍ਰੋਸੈਸ ਪੜਾਂਗੇ ਕਿ ਕਿਸ ਤਰੀਕੇ ਦੇ ਨਾਲ ਤਾਂ ਜਿਹੜੇ ਬਿੱਲ ਨੇ ਉਹ ਸਦਨ 'ਚ ਰੱਖੇ ਜਾਂਦੇ ਨੇ, ਸੰਸਦ 'ਚ ਰੱਖੇ ਜਾਂਦੇ ਨੇ। ਔਰ ਜਦੋਂ ਆਪਾਂ ਕਹਿਤਾ ਫॉर ਐਗਜ਼ਾਮਪਲ ਮੈਂ ਕਿਹਾ ਕਿ ਜਦੋਂ ਬਿੱਲ ਹੈ ਨਾ ਜਿਹੜਾ ਲੋਕ ਸਭਾ 'ਚੋਂ ਪਾਸ ਹੋ ਗਿਆ ਉਹ ਰਾਜ ਸਭਾ 'ਚ ਜਾਊਗਾ। ਜਦੋਂ ਕਿਸੇ ਵੀ ਬਿੱਲ ਨੂੰ ਅਸੀਂ ਪਾਸ ਕਰਦੇ ਹਾਂ ਤਾਂ ਡੈਫੀਨੇਟਲੀ ਕਿਸੇ ਵੀ ਬਿੱਲ ਨੂੰ ਪਾਸ ਕਰਨ ਦੇ ਲਈ ਉਹਦੇ ਉੱਪਰ ਕਿਹਦੀ ਜ਼ਰੂਰਤ ਹੁੰਦੀ ਹੈ? ਬਹੁਮਤ ਦੀ ਜ਼ਰੂਰਤ ਹੁੰਦੀ ਹੈ, ਜਿਹਨੂੰ ਤੁਸੀਂ ਇੰਗਲਿਸ਼ ਦੇ ਵਿੱਚ ਕੀ ਬੋਲ ਦਿੰਦੇ ਹੋ? ਮੈਜੋਰਿਟੀ ਕਾਲ ਕਰਦੇ ਹੋ। ਸਾਡੇ ਦੇਸ਼ ਦੇ ਵਿੱਚ ਜਦੋਂ ਅਸੀਂ ਸੰਸਦ ਵਿੱਚੋਂ ਬਿੱਲ ਪਾਸ ਕਰਾਉਂਦੇ ਆ ਤਾਂ ਵੱਖੋ ਵੱਖਰਾ ਬਹੁਮਤ ਹੈ ਜਿਹੜਾ ਉਹ ਕੰਮ ਕਰਦਾ ਹੈਗਾ। ਜਿਵੇਂ ਤੁਸੀਂ ਕਈ ਵਾਰੀ ਸੁਣਿਆ ਹੋਣਾ ਕਿ ਸਿੰਪਲ ਮੈਜੋਰਿਟੀ ਨਾਲ ਪਾਸ ਹੋਊਗਾ ਬਿੱਲ, ਇੱਕ ਖਾਸ ਬਹੁਮਤ ਸਪੈਸ਼ਲ ਮੈਜੋਰਿਟੀ ਨਾਲ ਪਾਸ ਹੋਊਗਾ ਬਿੱਲ। ਕੀ ਤਾਂ ਉਹ ਬਹੁਮਤ ਹੁੰਦਾ, ਕਿੰਨੀ ਉਹਦੇ ਲਈ ਵੋਟਿੰਗ ਜ਼ਰੂਰੀ ਹੈ, ਉਹ ਸਾਰੀ ਚੀਜ਼ ਆਪਾਂ ਕਿਹੜੇ ਟੌਪਿਕ 'ਚ ਡਿਸਕਸ ਕਰਾਂਗੇ? ਬਿੱਲ ਦੇ ਟੌਪਿਕ ਦੇ ਵਿੱਚ ਡਿਸਕਸ ਕਰਾਂਗੇ। ਨੈਕਸਟ ਪੁਆਇੰਟ ਇਹਦੇ ਵਿੱਚ ਕੀ ਜ਼ਰੂਰੀ ਹੁੰਦਾ ਹੈਗਾ ਕਿ ਕਈ ਬਿੱਲ ਨੇ ਜਿਹੜੇ ਉਹ ਵੈਰੀ ਕੰਪਲਸਰੀ, ਬਹੁਤ ਜ਼ਰੂਰੀ ਕਿਹੜੇ ਸਦਨ 'ਚ ਰੱਖੇ ਜਾਂਦੇ ਨੇ? ਲੋਕ ਸਭਾ ਦੇ ਵਿੱਚ, ਜਾਂ ਕਿਹੜੇ ਸਦਨ 'ਚ ਰੱਖੇ ਜਾਂਦੇ ਨੇ? ਰਾਜ ਸਭਾ ਦੇ ਵਿੱਚ। ਫਿਰ ਆਪਾਂ ਇਸ ਤੋਂ ਬਾਅਦ ਇਹ ਕਰਾਂਗੇ ਕਿ ਕਿਹੜਾ ਬਿੱਲ ਪਹਿਲਾਂ ਜ਼ਰੂਰੀ ਲੋਕ ਸਭਾ 'ਚ ਜਾਊਗਾ ਔਰ ਕਿਹੜਾ ਬਿੱਲ ਪਹਿਲਾਂ ਜ਼ਰੂਰੀ ਰਾਜ ਸਭਾ ਦੇ ਵਿੱਚ ਜਾਊਗਾ। ਇੰਨਾ ਪੁਆਇੰਟ ਕਲੀਅਰ ਹੋਇਆ। ਹੁਣ ਆਪਾਂ ਫਰੋਮ ਵੈਰੀ ਫਸਟ ਸਟੈਪ ਤੋਂ ਸ਼ੁਰੂ ਕਰਦੇ ਹਾਂ ਜਿੱਥੇ ਆਪਾਂ ਕਿਹਾ ਕਿ ਜਦੋਂ ਸੰਸਦ ਦੇ ਵਿੱਚ ਕੋਈ ਵੀ ਕਾਨੂੰਨ ਬਣੂਗਾ ਉਹਦੇ ਲਈ ਪਹਿਲਾ ਸਟੈਪ ਕੀ ਪੇਸ਼ ਕਰਨਾ ਜਾਂ ਕੀ ਪਾਸ ਕਰਨਾ ਜ਼ਰੂਰੀ ਆ? ਬਿੱਲ। ਜਦੋਂ ਅਸੀਂ ਬਿੱਲਾਂ ਨੂੰ ਲੈ ਕੇ ਗੱਲ ਕਰਦੇ ਹਾਂ, ਬਿੱਲ ਸਾਡੇ ਮੁੱਖ ਤੌਰ ਤੇ 2 ਤਰੀਕੇ ਦੇ ਹੁੰਦੇ ਨੇ, ਠੀਕ ਹੈ ਜੀ। ਸੋ ਇੱਥੋਂ ਆਪਾਂ ਸ਼ੁਰੂ ਕਰਦੇ ਹਾਂ। ਜਿਹੜੇ ਸਾਡੇ ਬਿੱਲ ਨੇ ਉਹ 2 ਤਰੀਕੇ ਦੇ ਹੁੰਦੇ ਨੇ। ਇੱਕ ਤਾਂ ਸਾਡੇ ਗਵਰਨਮੈਂਟ ਬਿੱਲ ਹੁੰਦੇ ਨੇਗੇ ਤੇ ਇੱਕ ਹੁੰਦੇ ਨੇ ਜੀ ਸਾਡੇ
ਪ੍ਰਾਈਵੇਟ ਬਿੱਲ। ਹੁਣ ਦੇਖੋ ਗਵਰਨਮੈਂਟ ਹੋ ਗਿਆ ਮਤਲਬ ਸਰਵਜਨਕ ਜਿਹਨੂੰ ਬੋਲ ਦਿੰਦੇ ਹੋਗੇ, ਤੇ ਪ੍ਰਾਈਵੇਟ ਹੋ ਗਿਆ ਮਤਲਬ ਜਿਹੜੇ ਨਿੱਜੀ ਬਿੱਲ ਹੁੰਦੇ ਨੇਗੇ, ਪਬਲਿਕ ਬਿੱਲ ਜਿਹਨਾਂ ਨੂੰ, ਇਹਨਾਂ ਨੂੰ ਕਈ ਵਾਰੀ ਤੁਸੀਂ ਪਬਲਿਕ ਬਿੱਲ ਵੀ ਕਾਲ ਕਰਦੇ ਹੋ। ਪਹਿਲੀ ਗੱਲ ਤਾਂ ਜਿਹੜੇ ਬਿੱਲ ਨੇ ਜਦੋਂ ਪੇਸ਼ ਕੀਤੇ ਜਾਂਦੇ ਨੇ ਉਹਨਾਂ ਨੂੰ ਪੇਸ਼ ਕੌਣ ਕਰੂਗਾ, ਇਹਦੇ ਨਾਲ ਸੰਬੰਧਿਤ ਅਸੀਂ ਕਿੰਨੀਆਂ ਕੈਟਾਗਰੀਜ਼ ਬਣਾਈਆਂ ਨੇ? 2 ਕੈਟਾਗਰੀਜ਼ ਬਣਾਈਆਂ ਨੇ। ਸਭ ਤੋਂ ਪਹਿਲਾਂ ਜਿਹੜੇ ਪਬਲਿਕ ਬਿੱਲ ਨੇ, ਇਹ ਬਿੱਲ ਉਹ ਕੈਟਾਗਰੀ ਦੇ ਹੁੰਦੇ ਨੇ ਜਿਨ੍ਹਾਂ ਨੂੰ ਸਾਡੀ ਗਵਰਨਮੈਂਟ ਪੇਸ਼ ਕਰਦੀ ਹੈ। ਜਿਵੇਂ ਕਿ ਸਾਡੇ ਪ੍ਰੈਜ਼ੈਂਟ ਲੋਕ ਸਭਾ ਦੇ ਵਿੱਚ ਕਿਹੜੀ ਪਾਰਟੀ ਦਾ ਬਹੁਮਤ ਹੈ? ਬੀਜੇਪੀ ਪਾਰਟੀ ਦਾ ਬਹੁਮਤ ਹੈ। ਸਰਕਾਰ ਕਿਹਦੀ ਆ? ਬੀਜੇਪੀ ਦੀ ਸਰਕਾਰ ਹੈ। ਜੇ ਤਾਂ ਕਦੇ ਵੀ ਕੋਈ ਬਿੱਲ ਪ੍ਰੈਜ਼ੈਂਟ ਸਰਕਾਰ ਵੱਲੋਂ ਰੱਖਿਆ ਜਾਂਦਾ ਹੈ, ਜਾਂ ਫਿਰ ਆਪਾਂ ਕਹਿ ਸਕਦੇ ਹਾਂ ਕਿ ਕਿਸੇ ਵੀ ਕੈਬਨਿਟ ਮੰਤਰੀ ਵੱਲੋਂ, ਕਿਸੇ ਵੀ ਮਿਨਿਸਟਰ ਵੱਲੋਂ ਰੱਖਿਆ ਜਾਂਦਾ ਹੈ, ਕਿਸੇ ਵੀ ਮੰਤਰੀ ਵੱਲੋਂ ਰੱਖਿਆ ਜਾਂਦਾ ਹੈ, ਉਹਨੂੰ ਤਾਂ ਅਸੀਂ ਕਿਹੜਾ ਬਿੱਲ ਬੋਲਦੇ ਹਾਂ? ਸਰਕਾਰੀ, ਪਬਲਿਕ, ਸਰਵਜਨਕ, ਕੋਈ ਵੀ ਬਿੱਲ ਕਹਿ ਲਓ। ਸਮਝ ਲੱਗਿਆ ਫਸਟ ਪੁਆਇੰਟ? ਪਹਿਲਾ ਪੁਆਇੰਟ ਕੀ ਕੀਤਾ ਕਿ ਜਿਹੜਾ ਸਾਡਾ ਸਰਕਾਰੀ ਬਿੱਲ ਹੈ ਉਹ ਹਮੇਸ਼ਾ ਸਾਡੀ ਸਰਕਾਰ, ਜੋ ਕਿ ਕਰੰਟ ਰੂਲਿੰਗ ਪਾਰਟੀ ਹੈ, ਉਹਦੇ ਦੁਆਰਾ ਔਰ ਕਿਸੇ ਵੀ ਮੰਤਰੀ ਦੁਆਰਾ ਰੱਖੇ ਗਏ ਬਿੱਲ ਨੂੰ ਅਸੀਂ ਗਵਰਨਮੈਂਟ ਬਿੱਲ ਕਹਿੰਦੇ ਆ। ਜਿਹੜਾ ਸਾਡਾ ਪ੍ਰਾਈਵੇਟ ਬਿੱਲ ਹੈ, ਇਹਦੇ 'ਚ ਕੀ ਹੁੰਦਾ ਹੈ ਕਿ ਜਿਹੜਾ ਪ੍ਰਾਈਵੇਟ ਬਿੱਲ ਹੈ ਇਹ ਮੰਤਰੀਆਂ ਨੂੰ ਛੱਡ ਕੇ, ਕਿਹਨੂੰ ਛੱਡ ਕੇ? ਮੰਤਰੀਆਂ ਨੂੰ ਛੱਡ ਕੇ ਜਿੰਨੇ ਵੀ ਸਾਡੇ ਲੋਕ ਸਭਾ ਜਾਂ ਰਾਜ ਸਭਾ ਦੇ MP ਨੇ, ਉਹ ਜਿਹੜਾ ਬਿੱਲ ਰੱਖਦੇ ਨੇ ਉਹਨਾਂ ਨੂੰ ਅਸੀਂ ਕੀ ਬੋਲਦੇ ਆਂਗੇ? ਪ੍ਰਾਈਵੇਟ ਬਿੱਲ ਬੋਲਦੇ ਆਂਗੇ। ਠੀਕ ਹੈ ਜੀ। ਜਿਹੜੇ ਪ੍ਰਾਈਵੇਟ ਬਿੱਲ ਨੇ ਇਹ ਮੰਤਰੀਆਂ ਨੂੰ ਛੱਡ ਕੇ, ਆਹ ਵਾਲਿਆਂ ਨੂੰ ਛੱਡ ਕੇ ਕਿਸੇ ਵੀ MP ਦੁਆਰਾ ਰੱਖੇ ਜਾਣਗੇ, ਇਹਨਾਂ ਨੂੰ ਅਸੀਂ ਕਿਹੜੇ ਬਿੱਲ ਕਹਿੰਦੇ ਆ? ਪ੍ਰਾਈਵੇਟ ਬਿੱਲ ਕਹਿੰਦੇ ਆ। ਸਭ ਤੋਂ ਪਹਿਲਾਂ 2 ਕੈਟਾਗਰੀ ਬਾਰੇ ਪਤਾ ਹੋਣਾ ਜ਼ਰੂਰੀ ਹੈ। ਨੈਕਸਟ ਪੁਆਇੰਟ ਕੀ ਹੈ ਕਿ ਬਿੱਲ ਕਿੰਨੇ ਤਰੀਕੇ ਦੇ ਨੇ? ਦੇਖੋ ਜਦੋਂ ਅਸੀਂ ਕੋਈ ਵੀ ਬਿੱਲ ਰੱਖਦੇ ਹਾਂ ਉਹਦਾ ਇੱਕ ਆਪਣਾ ਨੇਚਰ ਹੁੰਦਾ ਹੈਗਾ। ਸਾਡੇ ਦੇਸ਼ ਦੇ ਵਿੱਚ 4 ਤਰੀਕੇ ਦੇ ਬਿੱਲ ਨੇ ਜਿਹੜੇ ਉਹ ਪੇਸ਼ ਕੀਤੇ ਜਾਂਦੇ ਨੇ। ਜਦੋਂ ਅਸੀਂ ਕਹਿੰਦੇ ਨਾ ਕਿ ਕੈਟਾਗਰਾਈਜ਼ਡ ਕੀਤਾ ਜਾਂਦਾ ਹੈ, ਕਿੰਨੇ ਤਰੀਕੇ ਨਾਲ ਕੈਟਾਗਰਾਈਜ਼ਡ ਕੀਤਾ ਜਾਂਦਾ ਹੈ? 4 ਤਰੀਕੇ ਨਾਲ ਕੈਟਾਗਰਾਈਜ਼ਡ ਕੀਤਾ ਜਾਂਦਾ ਹੈਗਾ। ਸਭ ਤੋਂ ਪਹਿਲਾਂ ਜੇ ਮੈਂ ਦੇਖਾਂ ਸਾਡੇ ਦੇਸ਼ ਦੇ ਵਿੱਚ ਕਿਹੜੇ ਬਿੱਲ ਹੁੰਦੇ ਨੇ? ਸਧਾਰਨ ਬਿੱਲ ਹੁੰਦੇ ਨੇ। ਦੂਸਰੇ ਨੰਬਰ ਤੇ ਸਾਡੇ ਦੇਸ਼ ਦੇ ਵਿੱਚ ਕਿਹੜੇ ਬਿੱਲ ਹੁੰਦੇ ਨੇ? ਧਨ ਬਿੱਲ ਹੁੰਦੇ ਨੇ। ਤੀਸਰਾ ਵਿੱਤ ਬਿੱਲ ਹੁੰਦੇ ਨੇ ਤੇ ਚੌਥਾ ਸੋਧ ਬਿੱਲ ਹੁੰਦੇ ਨੇ। ਸੋ ਜਦੋਂ ਵੀ ਅਸੀਂ ਕਿਸੇ ਬਿੱਲ ਨੂੰ ਰੱਖਣਾ ਤਾਂ ਸਾਨੂੰ ਉਹਦੀ ਕੈਟਾਗਰੀ ਬਾਰੇ ਪਤਾ ਹੋਣਾ ਜ਼ਰੂਰੀ ਹੈ। ਕਿਉਂਕਿ ਇਹਨਾਂ ਨੂੰ ਰੱਖਣ ਦੀ ਵਿਧੀ ਤੇ ਇਹਨਾਂ ਦੇ ਉੱਪਰ ਬਹੁਮਤ ਦੀ ਵਿਧੀ ਵੱਖਰੀ ਆ। ਧਨ ਬਿੱਲ ਤੇ ਵਿੱਤ ਬਿੱਲ ਦੇ ਉੱਪਰ ਬਹੁਮਤ ਦੀ ਵਿਧੀ ਵੱਖਰੀ ਆ, ਮਤਲਬ ਮੈਜੋਰਿਟੀ ਜਿਹੜੀ ਡਿਫਰੈਂਟ ਹੁੰਦੀ ਹੈ ਡਿਫਰੈਂਟ ਬਿੱਲਸ ਦੇ ਲਈ। ਇਸ ਤੋਂ ਬਿਨਾਂ ਜਿਹੜਾ ਸਭ ਤੋਂ ਜ਼ਰੂਰੀ ਹੈ ਇਹਨਾਂ ਦੇ ਆਰਟੀਕਲਸ ਨੇ। ਜਿਹੜਾ ਤਾਂ ਸਾਡਾ ਸਧਾਰਨ ਬਿੱਲ ਹੈ ਇਹ ਸੰਵਿਧਾਨ ਦੇ ਵਿੱਚ ਕਿਹੜੇ ਆਰਟੀਕਲ ਦੇ ਅੰਡਰ ਰੱਖਿਆ ਜਾਂਦਾ ਹੈ? 107। ਇਹ ਬਹੁਤ ਹੀ ਜ਼ਰੂਰੀ ਤੇ ਇੰਪੋਰਟੈਂਟ ਕੁਐਸਚਨ ਹੋਣ ਵਾਲਾ ਹੈ ਕਿ ਕਿਹੜਾ ਬਿੱਲ ਕਿਹੜੇ ਆਰਟੀਕਲ ਦੇ ਅੰਡਰ ਰੱਖਿਆ ਜਾਂਦਾ ਹੈ। ਜੇ ਅਸੀਂ ਦੂਸਰੇ ਨੰਬਰ ਤੇ ਗੱਲ ਕਰਾਂਗੇ ਧਨ ਬਿੱਲ ਦੀ, ਇਹਨੂੰ ਰੱਖਿਆ ਜਾਂਦਾ ਹੈ ਸਾਡੇ ਦੇਸ਼ ਦੇ ਸੰਵਿਧਾਨ ਦੇ ਆਰਟੀਕਲ 110। ਆਰਟੀਕਲ ਉਹੀ ਰਾਜੇ ਅਨੁਛੇਦ ਜਿਹਨੂੰ ਆਪਾਂ ਪੜ੍ਹਦੇ ਹਾਂ। ਠੀਕ ਹੈ। ਜਿਹੜਾ ਸਾਡਾ ਵਿੱਤ ਬਿੱਲ ਹੈ ਇਹਨੂੰ ਰੱਖਿਆ ਜਾਂਦਾ ਹੈ ਸਾਡੇ ਸੰਵਿਧਾਨ ਦੇ ਆਰਟੀਕਲ 117 ਦੇ ਅੰਦਰ, ਤੇ ਜਿਹੜਾ ਸਾਡਾ ਸੋਧ ਬਿੱਲ ਹੈ ਇਹਨੂੰ ਰੱਖਿਆ ਜਾਂਦਾ ਹੈ ਸਾਡੇ ਸੰਵਿਧਾਨ ਦੇ ਆਰਟੀਕਲ, ਸਾਨੂੰ ਸਭ ਨੂੰ ਪਤਾ ਹੈ 368 ਦੇ ਅੰਡਰ। ਹੁਣ ਦੇਖੋ ਜਿਹੜਾ ਸਾਡਾ ਸਧਾਰਨ ਬਿੱਲ ਹੈ ਇਹਨੂੰ ਅਸੀਂ ਬੋਲਦੇ ਹਾਂ ਆਰਡੀਨਰੀ ਬਿੱਲ। ਜਿਹੜਾ ਸਾਡਾ ਧਨ ਬਿੱਲ ਹੈ ਇਹਨੂੰ ਅਸੀਂ ਬੋਲਦੇ ਹਾਂ ਮਨੀ ਬਿੱਲ। ਜਿਹੜਾ ਸਾਡਾ ਵਿੱਤ ਬਿੱਲ ਹੈ ਇਹਨੂੰ ਅਸੀਂ ਬੋਲਦੇ ਹਾਂ ਫਾਈਨੈਂਸ਼ੀਅਲ ਬਿੱਲ। ਤੇ ਜਿਹੜਾ ਸਾਡਾ ਸੋਧ ਬਿੱਲ ਹੈ ਇਹਨੂੰ ਅਸੀਂ ਕੀ ਕਾਲ ਕਰਦੇ ਹਾਂ? ਅਮੈਂਡਮੈਂਟ ਬਿੱਲ। ਕਈ ਬੱਚਿਆਂ ਦਾ ਮੀਡੀਅਮ ਇੰਗਲਿਸ਼ ਹੁੰਦਾ ਹੈ, ਕਈ ਬੱਚਿਆਂ ਨੇ ਟਰਮਸ ਇੰਗਲਿਸ਼ 'ਚ ਪੜ੍ਹੀਆਂ ਹੁੰਦੀਆਂ। ਵੈਸੇ ਤਾਂ 95% ਸਟੂਡੈਂਟ ਪੰਜਾਬੀ ਮਾਧਿਅਮ ਦੇ ਆਉਂਦੇ ਨੇ, ਪਰ ਫਿਰ ਵੀ ਤੁਸੀਂ ਇੰਗਲਿਸ਼ ਦੇ ਵਿੱਚ ਵੀ ਇਹਨਾਂ ਨੂੰ ਦੇਖ ਲਿਓ। ਹੁਣ ਦੇਖੋ ਕਿੰਨੇ ਬਿੱਲ ਹੋ ਗਏ ਸਾਡੇ ਕੋਲੇ? 4 ਬਿੱਲ ਹੋ ਗਏ। ਕਿਹੜੇ? ਸਧਾਰਨ, ਧਨ, ਵਿੱਤ, ਸੋਧ। 107 ਨੰਬਰ ਆਰਟੀਕਲ, 110 ਨੰਬਰ ਆਰਟੀਕਲ, 117 ਨੰਬਰ ਆਰਟੀਕਲ ਤੇ 368 ਨੰਬਰ ਆਰਟੀਕਲ। ਹੁਣ ਅਸੀਂ ਅੱਜ ਦੀ ਕਲਾਸ ਦੇ ਵਿੱਚ ਇਹ ਚੀਜ਼ ਕਰਨੀ ਹੈ ਕਿ ਜਦੋਂ ਅਸੀਂ ਆਪਣੇ ਸੰਵਿਧਾਨ ਦੇ ਵਿੱਚ ਧਨ ਬਿੱਲ ਰੱਖਦੇ ਹਾਂ
ਉਹਦੀ ਵਿਧੀ ਕੀ ਆ, ਜਦੋਂ ਅਸੀਂ ਸਧਾਰਨ ਬਿੱਲ ਰੱਖਦੇ ਹਾਂ ਉਹਦਾ ਪ੍ਰੋਸੈਸ ਕੀ ਹੈ, ਵਿੱਤ ਬਿੱਲ ਨੂੰ ਰੱਖਣ ਦਾ ਪ੍ਰੋਸੈਸ ਕੀ ਹੈ ਤੇ ਸੋਧ ਬਿੱਲ ਨੂੰ ਰੱਖਣ ਦਾ ਪ੍ਰੋਸੈਸ ਕੀ ਹੈ। ਸੋ 1 ਬਾਏ 1 ਡਿਸਕਸ ਕਰਨ ਜਾ ਰਹੇ ਹਾਂ। ਸਭ ਤੋਂ ਪਹਿਲਾਂ ਆਪਾਂ ਕਿਹੜੇ ਬਿੱਲ ਬਾਰੇ ਦੇਖਾਂਗੇ? ਸਭ ਤੋਂ ਇੰਪੋਰਟੈਂਟ ਬਿੱਲ ਜਿਹੜਾ ਇੱਥੇ ਰਹਿਣ ਵਾਲਾ ਉਹ ਧਨ ਬਿੱਲ ਰਹਿਣ ਵਾਲਾ। ਇਹਦੇ ਨਾਲ ਸੰਬੰਧਿਤ ਕਾਫੀ ਕੁਐਸਚਨਸ ਆਉਂਦੇ ਨੇ, ਸੋ ਆਪਾਂ ਧਨ ਬਿੱਲ ਹੀ ਪਹਿਲੀਆਂ 'ਚ ਡਿਸਕਸ ਕਰਦੇ ਹਾਂ ਕਿ ਕੀ ਹੁੰਦਾ ਹੈਗਾ। ਜੇ ਆਪਾਂ ਗੱਲ ਕਰੀਏ ਸਾਡੇ ਦੇਸ਼ ਦੇ ਸੰਵਿਧਾਨ ਦੇ ਵਿੱਚ ਮਨੀ ਬਿੱਲ ਦੀ, ਜਿਹਨੂੰ ਤੁਸੀਂ ਕੀ ਕਾਲ ਕਰਦੇ ਹੋ? ਧਨ ਬਿੱਲ। ਦੁਬਾਰਾ ਆਰਟੀਕਲਸ ਕਹਿ ਰਹੀ ਹਾਂ, ਯਾਦ ਕਰੋਗੇ ਕਿਉਂਕਿ ਆਰਟੀਕਲਸ ਦੇ ਡਾਇਰੈਕਟ ਕੁਐਸਚਨਸ ਪੁੱਛੇ ਜਾਂਦੇ ਨੇ। ਧਨ ਬਿੱਲ ਕਿਹੜੇ ਆਰਟੀਕਲ 'ਚ ਆਉਂਦਾ? 110 ਨੰਬਰ। ਦੇਖੋ ਜਦੋਂ ਕੋਈ ਵੀ ਬਿੱਲ, ਸਭ ਤੋਂ ਪਹਿਲਾ ਸਿਨਾਰੀਓ ਕੀ ਆ? ਸਭ ਤੋਂ ਪਹਿਲਾਂ ਆਪਾਂ ਬਿੱਲ ਪੇਸ਼ ਕਰਨਾ ਹੈਗਾ। ਸਭ ਤੋਂ ਪਹਿਲਾ ਸਟੈਪ ਕੀ ਹੁੰਦਾ ਹੈਗਾ? ਬਿੱਲ ਨੂੰ ਪੇਸ਼ ਕੀਤੇ ਜਾਣਾ, ਪਾਸ ਕਰਨਾ, ਬਹੁਮਤ ਕਰਨਾ, ਇਹ ਅਗਲੇ ਸਟੈਪਸ ਨੇ। ਸਭ ਤੋਂ ਪਹਿਲਾਂ ਕੀ ਕਰਨਾ? ਬਿੱਲ ਨੂੰ ਪੇਸ਼ ਕਰਨਾ। ਹੁਣ ਜਦੋਂ ਆਪਾਂ ਸੰਸਦ ਦੇ ਵਿੱਚ ਦੇਖਦੇ ਹਾਂ ਸਾਡੇ ਕਿੰਨੇ ਆਰਗਨਸ ਨੇ? ਲੋਕ ਸਭਾ ਹੈ, ਰਾਜ ਸਭਾ ਹੈ ਤੇ ਪ੍ਰੈਜ਼ੀਡੈਂਟ ਹੈ, ਰਾਸ਼ਟਰਪਤੀ ਹੈ। ਕਿਸੇ ਵੀ ਬਿੱਲ ਨੂੰ ਪਹਿਲਾਂ ਕਿਹੜੇ ਸਦਨ 'ਚ ਰੱਖਿਆ ਜਾਊਗਾ, ਜਾਂ ਫਿਰ ਬਿੱਲ ਦੇ ਉੱਪਰ ਕੋਈ ਕੰਪਲਸ਼ਨ ਨਹੀਂ, ਆਪਾਂ ਬਿੱਲ ਨੂੰ ਕਿਸੇ ਵੀ ਸਦਨ 'ਚ ਰੱਖ ਸਕਦੇ ਹਾਂ, ਇਹ ਵੀ ਚੀਜ਼ ਹੁੰਦੀ ਹੈ। ਜੇ ਆਪਾਂ ਗੱਲ ਕਰੀਏ ਧਨ ਬਿੱਲ ਦੇ ਨਾਲ ਸੰਬੰਧਿਤ, ਧਨ ਬਿੱਲ ਹਮੇਸ਼ਾ ਹੀ ਸਾਡੇ ਦੇਸ਼ ਦੇ ਹੇਠਲੇ ਸਦਨ ਭਾਵ ਕਿ ਕਿਹਦੇ 'ਚ ਰੱਖਿਆ ਜਾਂਦਾ ਹੈ? ਲੋਕ ਸਭਾ 'ਚ ਰੱਖਿਆ ਜਾਂਦਾ ਹੈ। ਦਿਸ ਇਜ਼ ਗੋਇੰਗ ਟੂ ਬੀ ਵੈਰੀ ਵੈਰੀ ਇੰਪੋਰਟੈਂਟ ਕਨਸੈਪਟ ਕਿ ਮਨੀ ਬਿੱਲ, ਧਨ ਬਿੱਲ ਸਭ ਤੋਂ ਪਹਿਲਾਂ ਕਿਹੜੇ ਸਦਨ 'ਚ ਰੱਖਿਆ ਜਾਂਦਾ ਹੈ? ਲੋਕ ਸਭਾ 'ਚ ਰੱਖਿਆ ਜਾਂਦਾ ਹੈ। ਕਦੇ ਵੀ ਤੁਸੀਂ ਕੁਐਸਚਨ ਨੂੰ ਜਾਂ ਆਨਸਰ ਕਰਨ ਵੇਲੇ ਇਸ ਚੀਜ਼ ਦਾ ਧਿਆਨ ਰੱਖੋਗੇ, ਤੁਹਾਨੂੰ ਜੇ ਪੁੱਛਿਆ ਗਿਆ ਤਾਂ ਆਨਸਰ ਕੀ ਲਿਖੋਗੇ? ਲੋਕ ਸਭਾ। ਇਸ ਤੋਂ ਬਿਨਾਂ ਕਈ ਬਿੱਲ ਤਾਂ ਇਹੋ ਜਿਹੇ ਹੁੰਦੇ ਨੇ ਜਿਨ੍ਹਾਂ ਦੇ ਉੱਪਰ ਰਾਸ਼ਟਰਪਤੀ ਦੀ ਅਗੇਤਰੀ ਪ੍ਰਵਾਨਗੀ ਦੀ ਜ਼ਰੂਰਤ ਨਹੀਂ ਹੁੰਦੀ। ਸਟੈਪ ਬਾਏ ਸਟੈਪ ਰਾਸ਼ਟਰਪਤੀ ਕੋਲੇ ਲਾਸਟ ਤੇ ਜਾਂਦੇ ਨੇ ਬਿੱਲ, ਜਦੋਂ ਰਾਸ਼ਟਰਪਤੀ ਨੇ ਸਾਈਨ ਕਰਨੇ ਹੁੰਦੇ ਨੇ। ਕਈ ਬਿੱਲ ਇਹੋ ਜਿਹੇ ਹੁੰਦੇ ਨੇ ਜਿਨ੍ਹਾਂ ਦੇ ਉੱਪਰ ਸਾਡੇ ਦੇਸ਼ ਦੇ ਪ੍ਰੈਜ਼ੀਡੈਂਟ, ਸਾਡੇ ਦੇਸ਼ ਦੇ ਰਾਸ਼ਟਰਪਤੀ ਦੀ ਅਗੇਤਰੀ ਪ੍ਰਵਾਨਗੀ ਦੀ ਜ਼ਰੂਰਤ ਰਹਿੰਦੀ ਹੈ। ਜੇ ਆਪਾਂ ਗੱਲ ਕਰੀਏ ਸਾਡੇ ਮਨੀ ਬਿੱਲ ਦੀ, ਧਨ ਬਿੱਲ ਦੀ, ਤਾਂ ਬਹੁਤ ਜ਼ਰੂਰੀ ਹੈ ਕਿ ਧਨ ਬਿੱਲ ਹਮੇਸ਼ਾ ਹੀ ਕਿਹਦੀ ਪ੍ਰਿਓਰ ਰეკਮੈਂਡੇਸ਼ਨ ਤੇ ਰੱਖੇ ਜਾਣਗੇ? ਰਾਸ਼ਟਰਪਤੀ ਦੀ ਅਗੇਤਰੀ ਪ੍ਰਵਾਨਗੀ ਤੇ ਰੱਖੇ ਜਾਣਗੇ। ਇਹ ਬਹੁਤ ਜ਼ਰੂਰੀ ਕਨਸੈਪਟ ਹੋਣ ਵਾਲਾ ਹੈ ਕਿ ਧਨ ਬਿੱਲ ਹਮੇਸ਼ਾ ਲੋਕ ਸਭਾ 'ਚ ਰੱਖਿਆ ਜਾਂਦਾ ਹੈ, ਧਨ ਬਿੱਲ ਅੰਡਰ ਆਰਟੀਕਲ 110 ਆਉਂਦਾ ਹੈ, ਔਰ ਧਨ ਬਿੱਲ ਹਮੇਸ਼ਾ ਰਾਸ਼ਟਰਪਤੀ ਦੀ ਅਗੇਤਰੀ ਪ੍ਰਵਾਨਗੀ ਤੇ ਰੱਖਿਆ ਜਾਂਦਾ ਹੈ। ਰਾਸ਼ਟਰਪਤੀ ਨੇ ਪਰਮਿਸ਼ਨ ਦੇਤੀ, ਬਿੱਲ ਕਿਹਦੇ ਕੋਲੇ ਗਿਆ? ਲੋਕ ਸਭਾ ਕੋਲੇ ਗਿਆ। ਹੁਣ ਦੇਖੋ ਲੋਕ ਸਭਾ ਦੇ ਵਿੱਚ MP ਬੈਠੇ ਨੇ। ਜੇ ਆਪਾਂ ਗੱਲ ਕਰੀਏ ਪ੍ਰੈਜ਼ੈਂਟ ਲੋਕ ਸਭਾ ਦੀਆਂ ਸੀਟਾਂ ਕਿੰਨੀਆਂ ਨੇ ਆਪਣੇ ਕੋਲੇ? 545। ਜਿਹੜੇ 545 ਮੈਂਬਰ ਨੇ ਇਹ ਡਿਸਾਈਡ ਕਰਨਗੇ ਕਿ ਬਿੱਲ ਨੇ ਪਾਸ ਹੋਣਾ ਹੈਗਾ ਕਿ ਬਿੱਲ ਨੇ ਫੇਲ ਹੋਣਾ ਜਾਂ ਬਿੱਲ ਨੇ ਰੁਕਣਾ ਹੈਗਾ। ਜਦੋਂ ਕਿਸੇ ਵੀ ਸਦਨ 'ਚ ਬਿੱਲ ਨੂੰ ਪਾਸ ਕਰਨ ਜਾਂ ਫੇਲ ਕਰਨ ਸੰਬੰਧੀ ਦੇਖਿਆ ਜਾਂਦਾ ਹੈ ਤਾਂ ਉਹਦੇ ਉੱਪਰ ਇੱਕ ਕਨਸੈਪਟ ਕੰਮ ਕਰਦਾ ਹੈ। ਕਿਹੜਾ ਕਨਸੈਪਟ? ਬਹੁਮਤ ਦਾ ਕਨਸੈਪਟ, ਜਿਹਨੂੰ ਤੁਸੀਂ ਮੈਜੋਰਿਟੀ ਕਾਲ ਕਰਦੇ ਹੋ। ਜਦੋਂ ਆਪਾਂ ਲੋਕ ਸਭਾ ਦੇ ਵਿੱਚ ਬਿੱਲ ਲੈ ਕੇ ਆਏ, ਲੋਕ ਸਭਾ ਦੇ ਵਿੱਚ ਕੀ ਪੈਣਗੀਆਂ? ਵੋਟਾਂ। ਬਹੁਮਤ ਕਿਹੜਾ ਜ਼ਰੂਰੀ ਹੈ? ਜੇ ਆਪਾਂ ਗੱਲ ਕਰੀਏ ਲੋਕ ਸਭਾ ਦੇ ਵਿੱਚ ਧਨ ਬਿੱਲ ਨੂੰ ਲੈ ਕੇ ਤਾਂ ਕਿਹੜੀ ਮੈਜੋਰਿਟੀ ਜ਼ਰੂਰੀ ਹੁੰਦੀ ਹੈ ਰਾਜੇ? ਸਿੰਪਲ ਮੈਜੋਰਿਟੀ। ਬੜਾ ਇੰਪੋਰਟੈਂਟਲੀ ਧਿਆਨ ਰੱਖਣਾ ਹੈ, ਜਿਹਨੂੰ ਤੁਸੀਂ ਪੰਜਾਬੀ ਦੇ ਵਿੱਚ ਕੀ ਬੋਲ ਦਿੰਦੇ ਹੋ? ਆਮ ਬਹੁਮਤ, ਸਧਾਰਨ ਬਹੁਮਤ ਬੋਲ ਦਿੰਦੇ ਹੋ ਜਿਹਨੂੰ ਤੁਸੀਂ ਪੰਜਾਬੀ ਦੇ ਵਿੱਚ। ਸਭ ਤੋਂ ਪਹਿਲਾਂ ਤਾਂ ਐਜ਼ ਇਟ ਇਜ਼ ਯਾਦ ਰੱਖੋਗੇ ਕਿ ਧਨ ਬਿੱਲ ਹੈ ਜਿਹੜਾ ਉਹਦੇ ਉੱਪਰ ਕਿਸ ਤਰੀਕੇ ਦੇ ਬਹੁਮਤ ਦੀ ਜ਼ਰੂਰਤ ਹੁੰਦੀ ਹੈ? ਸਧਾਰਨ ਬਹੁਮਤ ਦੀ ਜ਼ਰੂਰਤ ਹੁੰਦੀ ਹੈ। ਸਾਡੇ ਕੋਲੇ ਨਾ ਜਦੋਂ ਅਸੀਂ ਬਿੱਲ ਦੇ ਉੱਪਰ ਵੋਟਾਂ ਕਰਾਉਂਦੇ ਆ, ਸਧਾਰਨ ਬਹੁਮਤ ਵੀ ਹੁੰਦਾ ਹੈਗਾ, ਸਿੰਪਲ ਮੈਜੋਰਿਟੀ ਹੁੰਦੀ ਹੈ, ਸਪੈਸ਼ਲ ਮੈਜੋਰਿਟੀ ਹੁੰਦੀ ਹੈ, ਅਫੈਕਟਿਵ ਮੈਜੋਰਿਟੀ ਹੁੰਦੀ ਹੈ। 3 ਤਰੀਕੇ ਦੇ ਬਹੁਮਤ ਸਾਡੇ ਬਿੱਲ ਦੇ ਉੱਪਰ ਰੱਖੇ ਜਾਂਦੇ ਨੇ ਜਾਂ ਪਾਸ ਜਾਂ ਪੇਸ਼ ਕਰਨ ਦੇ ਲਈ ਜ਼ਰੂਰੀ ਨੇ। ਠੀਕ ਹੈ, ਕਿਹੜੇ ਬਹੁਮਤ ਦੇ ਨਾਲ? ਸਿੰਪਲ ਮੈਜੋਰਿਟੀ ਦੇ ਨਾਲ। ਕਿੱਥੋਂ ਪਾਸ ਹੋ ਗਿਆ ਬਿੱਲ? ਲੋਕ ਸਭਾ ਦੇ ਵਿੱਚੋਂ ਪਾਸ ਹੋ ਗਿਆ। ਹੁਣ ਅਗਲਾ ਪ੍ਰੋਸੈਸ ਕੀ ਆ ਕਿ ਧਨ ਬਿੱਲ ਲੋਕ ਸਭਾ 'ਚੋਂ ਪਾਸ ਹੋ ਕੇ ਡੈਫੀਨਿਟਲੀ ਅਗਲਾ ਸਦਨ ਜਿਹੜਾ ਹੈਗਾ ਜਿਹਨੂੰ ਤੁਸੀਂ ਉੱਪਰਲਾ ਸਦਨ ਕਾਲ ਕਰਦੇ ਹੋ, ਕਿਹਦੇ ਕੋਲੇ ਜਾਊਗਾ? ਰਾਜ ਸਭਾ ਕੋਲੇ ਜਾਊਗਾ। ਹੁਣ ਦੇਖੋ ਧਨ ਬਿੱਲ ਦੇ ਨਾਲ ਸੰਬੰਧਿਤ ਜਿਹੜਾ ਸਾਡੇ ਦੇਸ਼ ਦਾ ਉੱਪਰਲਾ ਸਦਨ ਹੈ, ਰਾਜ ਸਭਾ ਹੈਗਾ, ਉਹਦੇ ਕੋਲੇ ਪਾਵਰ ਹੈ ਜਿਹੜੀ ਉਹ ਨਾ ਮਾਤਰ ਦੀ ਹੈ। ਕਿਵੇਂ ਅਸੀਂ ਇਹ ਚੀਜ਼ ਕਹਿ ਸਕਦੇ ਹਾਂ? ਸਭ ਤੋਂ ਪਹਿਲਾਂ ਤਾਂ ਜੇ ਬਿੱਲ ਲੋਕ ਸਭਾ ਨੇ ਪਾਸ ਕਰਤਾ ਤਾਂ ਮੰਨੋ ਕਿ ਧਨ ਬਿੱਲ ਪਾਸ ਹੋ ਗਿਆ, ਕਿਉਂਕਿ ਰਾਜ ਸਭਾ
ਕਿਸੇ ਵੀ ਤਰੀਕੇ ਨਾਲ ਬਿੱਲ ਨੂੰ ਰੋਕ ਨਹੀਂ ਸਕਦੀ। ਬਿੱਲ ਦੇ ਉੱਪਰ ਚਾਹੇ ਤਾਂ ਵੋਟਾਂ ਪਾਉਣ ਤੇ ਚਾਹੇ ਨਾ ਪਾਉਣ। ਫਿਰ ਆਪਾਂ ਕਹਾਂਗੇ ਕਿ ਬਿੱਲ ਰਾਜ ਸਭਾ 'ਚ ਗਿਆ ਹੀ ਕਿਉਂ ਆ? ਬਿੱਲ ਰਾਜ ਸਭਾ ਦੇ ਵਿੱਚ ਇੱਕ ਫਾਰਮੈਲਿਟੀ ਦੇ ਲਈ ਜਾਂਦਾ ਹੈਗਾ ਕਿ ਜੇ ਕਿਸੇ ਵੀ ਤਰੀਕੇ ਦੇ ਕੋਈ ਸਲਾਹ ਦੀ ਜ਼ਰੂਰਤ ਹੈ, ਸੁਜੈਸ਼ਨਸ ਦੀ ਜ਼ਰੂਰਤ ਹੈਗੀ ਹੈ, ਤਾਂ ਰਾਜ ਸਭਾ ਦੇ MP ਉਹ ਸਲਾਹ ਦੇ ਸਕਦੇ ਨੇਗੇ। ਠੀਕ ਹੈ, ਸੋ ਰਾਜ ਸਭਾ ਕੋਲੇ ਮੈਕਸੀਮਮ ਵੱਧ ਤੋਂ ਵੱਧ ਕਿੰਨਾ ਸਮਾਂ ਹੁੰਦਾ ਧਨ ਬਿੱਲ ਨੂੰ ਹੋਲਡ ਕਰਨ ਦਾ? ਸਿਰਫ 14 ਦਿਨ ਦਾ ਸਮਾਂ ਹੁੰਦਾ। ਇਹ ਚੀਜ਼ ਧਿਆਨ ਦੇ ਵਿੱਚ ਰੱਖੋਗੇ। ਪੇਪਰ ਦੇ ਵਿੱਚ ਐਜ਼ ਅ ਪੁਆਇੰਟ ਕੁਐਸਚਨ ਵੀ ਆ ਜਾਂਦਾ ਹੈ ਕਿ ਰਾਜ ਸਭਾ ਜਿਹੜੀ ਹੈਗੀ ਹੈ ਉਹ ਵੱਧ ਤੋਂ ਵੱਧ ਕਿੰਨੇ ਸਮੇਂ ਦੇ ਲਈ ਜਿਹੜਾ ਧਨ ਬਿੱਲਾਂ ਨੂੰ ਹੋਲਡ ਕਰਕੇ ਰੱਖ ਸਕਦੀ ਹੈ? 14 ਡੇਜ਼ ਦੇ ਲਈ, 14 ਦਿਨ ਦੇ ਲਈ। ਜੇ 14 ਦਿਨ ਦੇ ਵਿੱਚ ਜਿਹੜੀ ਰਾਜ ਸਭਾ ਕੋਈ ਰਿਸਪੌਂਸ ਨਹੀਂ ਕਰ ਰਹੀ, ਕੋਈ ਸਲਾਹ ਨਹੀਂ ਦੇ ਰਹੀ, ਤਾਂ ਫਿਰ ਆਟੋਮੈਟਿਕਲੀ ਬਿੱਲ ਹੈ ਜਿਹੜਾ ਉਹ ਕੀ ਸਮਝਿਆ ਜਾਊਗਾ? ਪਾਸ ਸਮਝਿਆ ਜਾਊਗਾ। ਇਹੀ ਕਾਰਨ ਹੈ, ਕਿਹਾ ਜਾਂਦਾ ਹੈ, ਇੱਕ ਬਹੁਤ ਵੱਡਾ ਕਾਰਨ ਹੈ, ਕਿਹਾ ਜਾਂਦਾ ਹੈ ਕਿ ਜਿਹੜਾ ਸਾਡਾ ਹੇਠਲਾ ਸਦਨ ਹੈ ਲੋਕ ਸਭਾ, ਉਹ ਰਾਜ ਸਭਾ ਦੇ ਕੰਪੈਰੇਟਿਵਲੀ ਸ਼ਕਤੀਸ਼ਾਲੀ ਸਦਨ ਹੈ, ਕਿਉਂਕਿ ਧਨ ਬਿੱਲ ਨੂੰ ਲੈ ਕੇ ਜਿਹੜੀ ਪਾਵਰ ਹੈ ਉਹ ਲੋਕ ਸਭਾ ਕੋਲੇ ਕੰਪੈਰੇਟਿਵਲੀ ਰਾਜ ਸਭਾ ਦੇ ਜ਼ਿਆਦਾ ਹੁੰਦੀ ਹੈ। ਜੇ ਲੋਕ ਸਭਾ 'ਚ ਪਾਸ ਦਾ ਮਤਲਬ ਪਾਸ ਸਮਝਿਆ ਜਾਂਦਾ ਹੈ, ਰਾਜ ਸਭਾ ਦੀ ਮਰਜ਼ੀ ਨਹੀਂ, ਉਹ ਸਿਰਫ ਸਲਾਹ ਦੇ ਸਕਦਾ ਹੈ ਤੇ ਉਸ ਸਲਾਹ ਨੂੰ ਮੰਨਣਾ ਜਾਂ ਨਾ ਮੰਨਣਾ ਉਹ ਕਿਹਦੇ ਹੱਥ ਦੇ ਵਿੱਚ ਹੁੰਦਾ ਹੈ? ਜਿਹੜੀ ਸਾਡੇ ਦੇਸ਼ ਦੀ ਲੋਕ ਸਭਾ ਹੈ ਉਹਦੇ ਹੱਥ ਦੇ ਵਿੱਚ ਹੁੰਦਾ ਹੈ। ਲਓ ਜੀ, ਜਿਹੜਾ ਥੋੜਾ ਧਨ ਬਿੱਲ ਸੀ ਉਹਦੇ ਉੱਪਰ ਆਪਾਂ ਡਿਸਕਸ਼ਨ ਕਰ ਲਈ। ਧਨ ਬਿੱਲ ਦਾ ਆਰਟੀਕਲ 110 ਰਾਸ਼ਟਰਪਤੀ ਦੀ ਅਗੇਤਰੀ ਪ੍ਰਵਾਨਗੀ ਤੇ ਰੱਖਿਆ ਜਾਊਗਾ। ਸਭ ਤੋਂ ਪਹਿਲਾਂ ਲੋਕ ਸਭਾ 'ਚ ਪਾਸ ਹੋਊਗਾ। ਲੋਕ ਸਭਾ 'ਚ ਪਾਸ ਹੋਣ ਦੇ ਲਈ ਸਧਾਰਨ ਬਹੁਮਤ ਚਾਹੀਦਾ ਹੈ। ਸਧਾਰਨ ਬਹੁਮਤ ਕਿੰਨਾ ਹੁੰਦਾ? ਧਿਆਨ ਨਾਲ ਸੁਣੋ, 50% +1 ਜਾਂ ਕਈ ਵਾਰੀ ਤੁਸੀਂ ਇਹਨੂੰ ਹਾਫ +1 ਕਹਿ ਦਿੰਦੇ ਹੋ। ਹੁਣ ਜਿਵੇਂ ਆਪਾਂ ਕਹੀਏ ਕਿ ਆਪਣੇ 100 ਬੰਦੇ ਨੇ, 100 ਦੇ ਵਿੱਚੋਂ ਆਪਾਂ ਵੋਟਿੰਗ ਕਰਾ ਰਹੇ ਹਾਂ, ਜੇ ਕਿਤੇ 51 ਬੰਦੇ ਇੱਕ ਸਾਈਡ ਵੋਟ ਪਾ ਦਿੰਦੇ ਨੇ, ਇਹਨੂੰ ਅਸੀਂ ਕਿਹੜੀ ਮੈਜੋਰਿਟੀ ਕਹਿੰਦੇ ਆ ਵੀਰੇ? ਸਿੰਪਲ ਮੈਜੋਰਿਟੀ ਕਹਿੰਦੇ ਆ। ਜਿਵੇਂ ਹਾਫ +1 ਵੀ ਹੋਗੀ, ਵੱਧ ਜਿੰਨੀਆਂ ਮਰਜ਼ੀ ਹੋ ਜਾਣ, ਕੋਈ ਵੱਡੀ ਗੱਲ ਨਹੀਂ। ਠੀਕ ਹੈ, ਅਗਲਾ ਪੁਆਇੰਟ ਜਿਹੜਾ ਸਾਡਾ ਦੂਜਾ ਬਿੱਲ ਹੈ, ਦੇਖੋ ਇੱਕ ਚੀਜ਼ ਦਾ ਡਿਫਰੈਂਸ ਕਲੀਅਰ ਕਰਨਾ ਬਹੁਤ ਜ਼ਰੂਰੀ ਹੈ। ਬਹੁਤੇ ਬੱਚਿਆਂ ਨੂੰ ਇਹ ਨਹੀਂ ਪਤਾ ਹੁੰਦਾ ਕਿ ਜਿਹੜਾ ਸਾਡਾ ਧਨ ਬਿੱਲ ਆ ਤੇ ਜਿਹੜਾ ਸਾਡਾ ਵਿੱਤ ਬਿੱਲ ਹੈ, ਇਹਨਾਂ ਦੇ ਵਿੱਚ ਅਸਲੀ ਫਰਕ ਕੀ ਹੈ। ਕਈ ਬੱਚੇ ਇਹਨਾਂ ਨੂੰ ਇੱਕੋ ਜਿਹਾ ਬਿੱਲ ਮੰਨ ਕੇ ਪੜ੍ਹਦੇ ਨੇ। ਇਹਨਾਂ ਦੇ ਵਿੱਚ ਬਹੁਤ ਵੱਡਾ ਫਰਕ ਹੈ। ਪਹਿਲੀ ਗੱਲ ਤਾਂ ਦੋਨਾਂ ਦੇ ਨਾਮ ਤੋਂ ਜਿਹੜਾ ਪਤਾ ਲੱਗ ਰਿਹਾ ਨਾ ਕਿ ਮਨੀ ਬਿੱਲ ਹੈ ਜਾਂ ਜਿਹੜਾ ਸਾਡਾ ਫਾਈਨੈਂਸ਼ੀਅਲ ਬਿੱਲ ਹੈ, ਇਹਦੇ ਨਾਮ ਤੋਂ ਪਤਾ ਲੱਗ ਰਿਹਾ ਹੈ ਕਿ ਜਿਹੜਾ ਸਾਡੇ ਦੋਨੇ ਬਿੱਲ ਨੇ ਇਹ ਪੈਸੇ ਦੇ ਨਾਲ ਸੰਬੰਧਿਤ ਨੇ, ਮਤਲਬ ਪੈਸੇ ਦੇ ਲੈਣ ਦੇਣ ਨਾਲ ਸੰਬੰਧਿਤ ਨੇ, ਹਨਾ। ਜੇ ਆਪਾਂ ਗੱਲ ਕਰੀਏ ਵਿੱਤ ਬਿੱਲ ਦੇ ਵਿੱਚ ਸਾਰਾ ਪੈਸੇ ਦੇ ਅਦਲ ਬਦਲ ਨਾਲ ਸੰਬੰਧਿਤ ਹੁੰਦਾ ਹੈਗਾ, ਬਿੱਲ ਆਉਂਦੇ ਨੇਗੇ। ਤਿੰਨ ਚੀਜ਼ਾਂ ਨੂੰ ਛੱਡ ਕੇ, ਤਿੰਨ ਚੀਜ਼ ਕਿਹੜੀ ਕੈਟਾਗਰੀ 'ਚ ਆ ਜਾਂਦੇ ਨੇ ਧਨ ਬਿੱਲ? ਉਹ ਤਿੰਨ ਕਿਹੜੇ ਨੇ ਕਿ ਕੋਈ ਵੀ ਗ੍ਰਾਂਟ, ਕੋਈ ਵੀ ਫੰਡ ਤੇ ਕੋਈ ਵੀ ਟੈਕਸ ਨਾਲ ਸੰਬੰਧਿਤ। ਦੁਬਾਰਾ ਫਿਰ ਧਿਆਨ 'ਚ ਰੱਖਣਾ ਹੈ ਕਿ ਧਨ ਬਿੱਲ ਬੇਸ਼ੱਕ ਪੈਸੇ ਨਾਲ ਸੰਬੰਧਿਤ ਹੀ ਹੁੰਦੇ ਨੇ, ਪਰ ਇਹਨਾਂ 'ਚੋਂ ਵਿੱਤ ਬਿੱਲ 'ਚੋਂ ਤਿੰਨ ਚੀਜ਼ਾਂ, ਤਿੰਨ ਕੈਟਾਗਰੀ ਦੇ ਬਿੱਲ ਜਿਹੜੇ ਅਸੀਂ ਕੱਢ ਲੈਂਦੇ ਆ, ਗ੍ਰਾਂਟਾਂ, ਫੰਡ, ਟੈਕਸ, ਤਿੰਨਾਂ ਨਾਲ ਸੰਬੰਧਿਤ ਬਿੱਲਾਂ ਨੂੰ ਅਸੀਂ ਕਿਹੜੀ ਕੈਟਾਗਰੀ 'ਚ ਰੱਖ ਦਿੰਦੇ ਆ? ਧਨ ਬਿੱਲ ਦੀ ਕੈਟਾਗਰੀ ਦੇ ਵਿੱਚ ਰੱਖ ਦਿੰਦੇ ਆ। ਇਹਨਾਂ ਨੂੰ ਛੱਡ ਕੇ ਬਾਕੀ ਸਾਰੇ ਜਿਹੜੇ ਫਾਈਨੈਂਸ਼ੀਅਲ ਮੁੱਦੇ ਨੇ ਉਹ ਕਿਹੜੇ ਬਿੱਲ ਦੇ ਵਿੱਚ ਆ ਜਾਂਦੇ ਨੇ? ਵਿੱਤ ਬਿੱਲ ਦੇ ਵਿੱਚ ਆ ਜਾਂਦੇ ਨੇ। ਲਓ ਜੀ, ਇੰਨਾ ਪੁਆਇੰਟ ਹੈ ਜਿਹੜਾ ਤੁਸੀਂ ਧਿਆਨ ਦੇ ਵਿੱਚ ਰੱਖੋਗੇ। ਇਹਦੇ ਨਾਲ ਸਾਡਾ ਧਨ ਬਿੱਲ ਹੋ ਗਿਆ ਸੀ ਕੰਪਲੀਟ। ਜਿਹੜਾ ਸਾਡਾ ਅਗਲਾ ਬਿੱਲ ਹੈ, ਜਿਹੜਾ ਸਾਡਾ ਸੈਕਿੰਡ ਬਿੱਲ ਹੈ, ਉਹ ਕਿਹੜਾ ਹੋਊਗਾ? ਦੂਸਰਾ ਬਿੱਲ ਹੋਊਗਾ ਸਾਡਾ ਸਧਾਰਨ ਬਿੱਲ। ਸਧਾਰਨ ਬਿੱਲ ਕਿਹੜੇ ਆਰਟੀਕਲ 'ਚ ਪੜ੍ਹਿਆ ਆਪਾਂ? 117 ਨੰਬਰ ਆਰਟੀਕਲ ਦੇ ਵਿੱਚ ਪੜ੍ਹਿਆ, ਜਿਹਨੂੰ ਤੁਸੀਂ ਕਿਹੜਾ ਬਿੱਲ ਬੋਲ ਦਿੰਦੇ ਹੋ? ਆਰਡੀਨਰੀ ਬਿੱਲ ਬੋਲ ਦਿੰਦੇ ਹੋ। ਦੇਖੋ ਸਧਾਰਨ ਬਿੱਲ ਕੀ ਹੈਗਾ? ਪਹਿਲੀ ਗੱਲ ਤਾਂ ਜਿੰਨੇ ਵੀ ਅਸੀਂ ਕਈ ਵਾਰੀ ਇਹ ਵੀ ਕਾਊਂਟ ਕਰਦੇ ਹਾਂ ਕਿ ਵਿੱਤ ਜਾਂ ਜਿਹੜਾ ਫਾਈਨੈਂਸ਼ੀਅਲ ਬਿੱਲ ਹੈ ਉਹਦੇ ਵਿੱਚੋਂ ਟੈਕਸ, ਗ੍ਰਾਂਟ ਤੇ ਫੰਡ ਨੂੰ ਕੱਢ ਕੇ ਬਾਕੀ ਸਾਰੇ ਬਿੱਲ ਵਿੱਤ ਹੁੰਦੇ ਨੇ ਜਿਹੜੇ, ਉਹ ਕਿਹਦੇ ਵਰਗੇ ਬਣ ਜਾਂਦੇ ਨੇ? ਸਧਾਰਨ ਬਿੱਲਾਂ ਵਰਗੇ ਹੀ ਬਣ ਜਾਂਦੇ ਨੇ। ਇਹਦੇ 'ਚ ਕੀ ਫਰਕ ਹੈ ਔਰ ਕਿਸ ਤਰੀਕੇ ਨਾਲ ਇਹਨੂੰ ਪੇਸ਼ ਕੀਤਾ ਜਾਂਦਾ? ਸਭ ਤੋਂ ਪਹਿਲਾ ਸਟੈਪ ਆਪਾਂ ਬਿੱਲ ਨੂੰ ਕੀ ਕਰਦੇ ਹੁੰਦੇ ਆ? ਪੇਸ਼ ਕਰਦੇ ਹੁੰਦੇ ਆ। ਜਿਵੇਂ ਮੈਂ ਕਿਹਾ ਕਿ ਜਿਹੜਾ ਮਨੀ ਬਿੱਲ ਹੈ, ਜਿਹੜਾ ਧਨ ਬਿੱਲ ਹੈ, ਉਹਨੂੰ ਅਸੀਂ ਪੇਸ਼ ਕਿੱਥੇ ਕਰਦੇ ਹਾਂ? ਹਮੇਸ਼ਾ ਲੋਕ ਸਭਾ ਦੇ ਵਿੱਚ। ਔਰ ਕਿਹਦੀ ਪਹਿਲਾਂ ਅਗੇਤਰੀ ਪ੍ਰਵਾਨਗੀ ਦੇ ਤਹਿਤ? ਰਾਸ਼ਟਰਪਤੀ। ਪਰ ਜਿਹੜਾ ਸਾਡਾ ਸਧਾਰਨ ਬਿੱਲ ਹੈ, ਜਦੋਂ ਇਹਨੂੰ ਅਸੀਂ ਪੇਸ਼ ਕਰਦੇ ਹਾਂ ਤਾਂ ਇਹਨੂੰ ਸਦਨ ਦੇ ਕਿਸੇ ਵੀ ਹਿੱਸੇ ਵਿੱਚ ਪੇਸ਼ ਕਰ ਸਕਦੇ ਹਾਂ, ਚਾਹੋ ਤਾਂ ਸਾਡੀ ਲੋਕ ਸਭਾ ਹੈਗੀ ਆ ਤੇ ਚਾਹੋ ਸਾਡੀ ਕੀ ਹੈਗੀ ਆ? ਰਾਜ ਸਭਾ ਹੈਗੀ ਆ।
ਇਹ ਚੀਜ਼ ਧਿਆਨ 'ਚ ਰੱਖੋਗੇ ਕਿ ਜਿਹੜਾ ਸਾਡਾ ਸਧਾਰਨ ਬਿੱਲ ਹੈਗਾ ਇਹਨੂੰ ਅਸੀਂ ਸਦਨ ਦੇ ਕਿਸੇ ਵੀ ਹਿੱਸੇ, ਬੇਸ਼ੱਕ ਸਾਡੀ ਲੋਕ ਸਭਾ, ਬੇਸ਼ੱਕ ਸਾਡੀ ਰਾਜ ਸਭਾ, ਕਿਤੇ ਵੀ ਪੇਸ਼ ਕਰ ਸਕਦੇ ਹਾਂ। ਕੋਈ ਕੰਪਲਸ਼ਨ ਨਹੀਂ ਕਿ ਧਨ ਬਿੱਲ ਵਾਂਗੂ ਇਹਨੂੰ ਉੱਥੇ ਲੈ ਕੇ ਜਾਣਾ। ਦੂਸਰੀ ਚੀਜ਼, ਇਹਦੇ ਉੱਪਰ ਜਿਹੜਾ ਸਾਡਾ ਰਾਸ਼ਟਰਪਤੀ ਹੈ ਉਹਦੀ ਅਗੇਤਰੀ ਪ੍ਰਵਾਨਗੀ ਦੀ ਜ਼ਰੂਰਤ ਨਹੀਂ ਪੈਂਦੀ। ਕੀ ਨਹੀਂ ਹੁੰਦਾ? ਰਾਸ਼ਟਰਪਤੀ ਦੀ ਪ੍ਰਿਓਰ ਰეკਮੈਂਡੇਸ਼ਨ, ਅਗੇਤਰੀ ਪ੍ਰਵਾਨਗੀ ਦੀ ਜ਼ਰੂਰਤ ਨਹੀਂ ਪੈਂਦੀ। ਇਹ ਚੀਜ਼ ਧਿਆਨ ਦੇ ਵਿੱਚ ਰੱਖੋਗੇ। ਅਗਲਾ ਪੁਆਇੰਟ ਕੀ ਕੀਤਾ ਆਪਾਂ ਨੇ ਕਿ ਹੁਣ ਆਪਾਂ ਕੀ ਨੋਟ ਕਰਾਂਗੇ ਕਿ ਬਹੁਮਤ ਕਿੰਨਾ ਹੁੰਦਾ ਹੈਗਾ। ਇਹ ਚੀਜ਼ ਬੜੀ ਜ਼ਰੂਰੀ ਹੈ ਕਿਉਂਕਿ ਬਿੱਲ ਨੂੰ ਪਾਸ ਕਰਨਾ ਹੈ ਜਾਂ ਬਿੱਲ ਨੂੰ ਰੋਕਣਾ ਹੈ, ਇਹ ਸਾਰਾ ਕੁਝ ਕਿਹਦੇ ਤੇ ਡਿਪੈਂਡ ਕਰਦਾ ਹੈ? ਮੈਜੋਰਿਟੀ ਤੇ, ਬਹੁਮਤ ਤੇ ਡਿਪੈਂਡ ਕਰਦਾ ਹੈ। ਔਰ ਸਾਡੇ ਦੇਸ਼ ਦੇ ਵਿੱਚ ਜਿੰਨੇ ਵੀ ਸਧਾਰਨ ਬਿੱਲ ਨੇ ਇਹ ਹਮੇਸ਼ਾ ਹੀ ਕਿਹੜੇ ਬਹੁਮਤ ਦੇ ਨਾਲ ਪਾਸ ਕੀਤੇ ਜਾਂਦੇ ਨੇ? ਆਮ, ਜਿਹਨੂੰ ਤੁਸੀਂ ਕਿਹੜੀ ਮੈਜੋਰਿਟੀ ਕਾਲ ਕਰਦੇ ਹੋ? ਸਿੰਪਲ ਮੈਜੋਰਿਟੀ ਕਾਲ ਕਰਦੇ ਹੋ। 3-4 ਪੁਆਇੰਟ ਕਲੀਅਰ ਹੋ ਗਏ ਕਿ ਸਧਾਰਨ ਬਿੱਲ ਕਿਹੜੇ ਆਰਟੀਕਲ 'ਚ ਆਉਂਦਾ? 117। ਸਧਾਰਨ ਬਿੱਲ ਕਿਸੇ ਵੀ ਸਦਨ 'ਚ ਪੇਸ਼ ਕੀਤਾ ਜਾ ਸਕਦਾ ਹੈ, ਰਾਸ਼ਟਰਪਤੀ ਦੀ ਅਗੇਤਰੀ ਪ੍ਰਵਾਨਗੀ ਦੀ ਜ਼ਰੂਰਤ ਨਹੀਂ ਹੈਗੀ। ਔਰ ਕਿਹੜੇ ਬਹੁਮਤ ਦੀ ਜ਼ਰੂਰਤ ਪੈਂਦੀ ਹੈ? ਆਮ ਬਹੁਮਤ ਦੀ, 1/2+1 ਬਹੁਮਤ ਦੀ ਜ਼ਰੂਰਤ ਪੈਂਦੀ ਹੈ। ਹੁਣ ਇੱਕ ਇੱਥੇ ਹੋਰ ਬਹੁਤ ਇੰਪੋਰਟੈਂਟ ਪੁਆਇੰਟ ਹੈ, ਜੇ ਕੋਈ ਕਨਫਲਿਕਟ ਆ ਜਾਂਦਾ ਹੈ, ਕਿਉਂਕਿ ਦੇਖੋ ਜਿਹੜਾ ਸਾਡਾ ਧਨ ਬਿੱਲ ਸੀ ਉਹਦੇ ਨਾਲ ਸੰਬੰਧਿਤ ਪਾਵਰ ਤਾਂ ਦੋਨਾਂ ਸਦਨਾਂ ਕੋਲੇ ਸੀ, ਇਕੱਲੇ ਲੋਕ ਸਭਾ ਕੋਲੇ ਸੀ। ਇਹਦੇ ਨਾਲ ਸੰਬੰਧਿਤ ਬਿੱਲ ਹੈ ਜਿਹੜਾ, ਇਹਦੇ ਨਾਲ ਪਾਵਰ ਸਾਡੇ ਲੋਕ ਸਭਾ ਕੋਲੇ ਵੀ ਆ ਤੇ ਰਾਜ ਸਭਾ ਕੋਲੇ ਵੀ ਆ। ਡਿਪੈਂਡ ਕਰਦਾ ਕਿ ਬਿੱਲ ਕਿਹੜੇ ਸਦਨ 'ਚ ਰੱਖਿਆ ਜਾ ਸਕਦਾ ਹੈਗਾ। ਜਿਵੇਂ ਮੈਂ ਤੁਹਾਨੂੰ ਦੱਸਿਆ ਕਿ ਧਨ ਬਿੱਲ ਨੂੰ ਲੈ ਕੇ ਰਾਜ ਸਭਾ ਕੋਲੇ ਕੋਈ ਪਾਵਰ ਨਹੀਂ, ਪਰ ਸਧਾਰਨ ਬਿੱਲ ਨੂੰ ਲੈ ਕੇ ਰਾਜ ਸਭਾ ਕਿੰਨੇ ਮਹੀਨੇ ਤੱਕ ਬਿੱਲ ਨੂੰ ਹੋਲਡ ਕਰਕੇ ਰੱਖ ਸਕਦੀ ਆ? 6 ਮਹੀਨੇ ਤੱਕ। ਇੰਪੋਰਟੈਂਟ ਪੁਆਇੰਟ ਹੈ, ਜੇ ਕੋਈ ਸਧਾਰਨ ਬਿੱਲ ਹੈ ਉਹਨੂੰ ਲੈ ਕੇ ਰਾਜ ਸਭਾ ਕਿੰਨੇ ਸਮੇਂ ਤੱਕ ਬਿੱਲ ਨੂੰ ਹੋਲਡ ਕਰ ਸਕਦੀ ਆ? 6 ਮਹੀਨੇ ਤੱਕ ਹੋਲਡ ਕਰ ਸਕਦੀ ਹੈ। ਔਰ ਜੇ ਉਸ ਬਿੱਲ ਨਾਲ ਸੰਬੰਧਿਤ ਕੋਈ ਵੀ ਕਨਫਲਿਕਟ ਆਉਂਦਾ, ਕੋਈ ਵੀ ਝਗੜਾ ਹੁੰਦਾ, ਤਾਂ ਫਿਰ ਸਾਡੇ ਦੇਸ਼ ਦੇ ਵਿੱਚ ਕੀ ਬੁਲਾਇਆ ਜਾਂਦਾ ਹੈ? ਸੰਯੁਕਤ ਬੈਠਕਾਂ। ਦਿਸ ਇਜ਼ ਗੋਇੰਗ ਟੂ ਬੀ ਵੈਰੀ ਇੰਪੋਰਟੈਂਟ ਕਿ ਜਿਹੜੀਆਂ ਸਾਡੇ ਦੇਸ਼ ਦੇ ਵਿੱਚ ਸਧਾਰਨ ਬਿੱਲ ਦੇ ਵਿੱਚ ਜੇ ਕੋਈ ਝਗੜਾ ਆਉਂਦਾ ਹੈ ਉਹਨੂੰ ਲੈ ਕੇ ਸੰਯੁਕਤ ਬੈਠਕਾਂ, ਭਾਵ ਕਿ ਜੁਆਇੰਟ ਸੈਸ਼ਨ ਨੇ ਜਿਹੜੇ ਉਹ ਕਾਲ ਕੀਤੇ ਜਾਂਦੇ ਨੇ। ਐਂਡ ਦਾ ਮੋਸਟ ਇੰਪੋਰਟੈਂਟ ਪੁਆਇੰਟ, ਜੁਆਇੰਟ ਸੈਸ਼ਨ ਕਿਹੜੇ ਆਰਟੀਕਲ ਦੇ ਅੰਡਰ ਕਾਲ ਕੀਤੇ ਜਾਂਦੇ ਨੇ? ਧਾਰਾ 108 ਧਿਆਨ 'ਚ ਰੱਖੋਗੇ। ਜੇ ਸਾਡੇ ਦੇਸ਼ ਦੇ ਵਿੱਚ ਸਧਾਰਨ ਬਿੱਲ ਨੂੰ ਲੈ ਕੇ ਕੋਈ ਵੀ ਕਨਫਲਿਕਟ ਪੈਦਾ ਹੁੰਦਾ ਹੈ ਲੋਕ ਸਭਾ ਜਾਂ ਰਾਜ ਸਭਾ ਦੇ ਵਿੱਚ, ਤਾਂ ਫਿਰ ਆਪਾਂ ਬਿੱਲਾਂ ਨੂੰ ਕਿੱਥੇ ਲੈ ਕੇ ਜਾ ਸਕਦੇ ਹਾਂ? ਸੰਯੁਕਤ ਬੈਠਕਾਂ ਦੇ ਵਿੱਚ। ਸੰਯੁਕਤ ਬੈਠਕਾਂ ਕਿਹੜੇ ਆਰਟੀਕਲ ਦੇ ਅੰਡਰ ਬੁਲਾਈਆਂ ਜਾਂਦੀਆਂ ਨੇ? 108। ਹੁਣ ਦੇਖੋ ਇਹਦੇ ਨਾਮ ਤੋਂ ਪਤਾ ਲੱਗ ਰਿਹਾ ਕਿ ਸੰਯੁਕਤ ਦਾ ਭਾਵ ਹੈ ਕਿ ਲੋਕ ਸਭਾ ਤੇ ਰਾਜ ਸਭਾ ਇਕੱਠੇ ਹੋ ਕੇ ਬੈਠਣਗੇ। ਸੰਯੁਕਤ ਮਤਲਬ ਜੁੜੇ, ਜੁਆਇੰਟ, ਇੱਕ ਦੂਜੇ ਦੇ ਨਾਲ ਮਿਲ ਕੇ ਬੈਠਣਗੇ। ਸੋ ਇੱਕ ਪੁਆਇੰਟ ਹੋਰ ਜ਼ਰੂਰੀ ਕਿ ਸੰਯੁਕਤ ਬੈਠਕਾਂ ਕਿਹਦੀ ਮਰਜ਼ੀ ਨਾਲ ਜਾਂ ਕਿਹਦੇ ਕਹਿਣ ਤੇ ਬੁਲਾਈਆਂ ਜਾਂਦੀਆਂ ਨੇ? ਰਾਸ਼ਟਰਪਤੀ ਦੇ ਕਹਿਣ ਤੇ। ਜੀ ਧਿਆਨ 'ਚ ਰੱਖੋਗੇ ਕਿ ਸੰਯੁਕਤ ਬੈਠਕਾਂ ਹਮੇਸ਼ਾ ਹੀ ਰਾਸ਼ਟਰਪਤੀ ਦੇ ਕਹਿਣ ਤੇ ਬੁਲਾਈਆਂ ਜਾਂਦੀਆਂ ਨੇ, ਰਾਸ਼ਟਰਪਤੀ ਦੀ ਮਰਜ਼ੀ ਨਾਲ ਬੁਲਾਈਆਂ ਜਾਂਦੀਆਂ ਨੇ। ਜੇ ਰਾਸ਼ਟਰਪਤੀ ਕਹਿੰਦਾ ਕਿ ਸੰਯੁਕਤ ਬੈਠਕਾਂ ਬੁਲਾਈਆਂ ਜਾਣਗੀਆਂ ਫਿਰ ਬੁਲਾਈਆਂ ਜਾਂਦੀਆਂ ਨੇ, ਪਰ ਰਾਸ਼ਟਰਪਤੀ ਕਿਹਦੀ ਸਲਾਹ ਤੇ ਸੰਯੁਕਤ ਬੈਠਕਾਂ ਬੁਲਾਉਂਦਾ ਹੈ? ਔਨ ਦਾ ਐਡਵਾਈਸ ਆਫ ਸੈਂਟਰਲ ਗਵਰਨਮੈਂਟ। ਇਹ ਬਹੁਤ ਜ਼ਰੂਰੀ ਹੋਣ ਵਾਲਾ ਹੈ। ਇਹ ਇੱਕ ਅਮੈਂਡਮੈਂਟ ਹੋਇਆ, ਜਦੋਂ ਆਪਾਂ ਅਮੈਂਡਮੈਂਟ ਦਾ ਕਨਸੈਪਟ ਕੀਤਾ ਉਹਦੇ 'ਚ ਪੂਰਾ ਕਰਵਾਉਂਗੀ ਕਿ ਸਾਡੇ ਦੇਸ਼ ਦੇ ਵਿੱਚ ਜਿਹੜਾ ਰਾਸ਼ਟਰਪਤੀ ਹੈ ਉਹ ਕਿਹਦੀ ਸਲਾਹ ਤੇ ਸੰਯੁਕਤ ਬੈਠਕਾਂ ਬੁਲਾਉਂਦਾ ਹੈ? ਸੈਂਟਰਲ ਗਵਰਨਮੈਂਟ, ਜਿਹੜੀ ਸਾਡੀ ਕੇਂਦਰ ਸਰਕਾਰ ਹੈ ਉਹਦੀ ਸਲਾਹ ਤੇ। ਪੁਆਇੰਟ ਕਲੀਅਰ ਹੋਇਆ। ਹੁਣ ਜਦੋਂ ਰਾਸ਼ਟਰਪਤੀ ਨੇ ਸੰਯੁਕਤ ਬੈਠਕਾਂ ਬੁਲਾ ਲਈਆਂ ਤਾਂ ਸੰਯੁਕਤ ਬੈਠਕਾਂ ਨੂੰ ਸੰਭਾਲਣ ਦੇ ਲਈ, ਪ੍ਰਧਾਨਗੀ ਕਰਨ ਦੇ ਲਈ ਚੇਅਰਪਰਸਨ ਕੌਣ ਹੋਊਗਾ? ਹੁਣ ਇੱਕ ਚੀਜ਼ ਬਹੁਤੇ ਬੱਚੇ ਇਹ ਚੀਜ਼ ਕਰ ਲੈਂਦੇ ਨੇ ਕਿ ਰਾਸ਼ਟਰਪਤੀ ਦੇ ਕਹਿਣ ਤੇ ਬੁਲਾਈਆਂ ਗਈਆਂ ਤੇ ਰਾਸ਼ਟਰਪਤੀ ਉਹਨਾਂ ਦੀ ਕੀ ਕਰੂਗਾ? ਪ੍ਰਧਾਨਗੀ। ਨੋ, ਰਾਸ਼ਟਰਪਤੀ ਸਿਰਫ ਸੰਯੁਕਤ ਬੈਠਕਾਂ ਬੁਲਾਉਂਦਾ ਹੈ, ਪਰ ਸੰਯੁਕਤ ਬੈਠਕਾਂ ਦੀ ਪ੍ਰਧਾਨਗੀ ਸਾਡੇ ਦੇਸ਼ ਦੇ ਵਿੱਚ ਹਮੇਸ਼ਾ ਹੀ ਲੋਕ ਸਭਾ ਦੇ ਸਪੀਕਰ
स्पीकर द्वारा की जाती है। वैरी वैरी इंपॉर्टेंट पॉइंट की करोगे कि जॉइंट सैशन संयुक्त बैठकों की प्रधानगी कौन करदा? लोक सभा का स्पीकर। कौन करदा? लोक सभा का स्पीकर। किहड़े आर्टिकल के अंडर? 108 आर्टिकल के अंडर। और किहदे कहण ते बुलाईਆਂ ਜਾਂਦੀਆਂ? राष्ट्रपति के कहण ते बुलाईਆਂ ਜਾਂਦੀਆਂ। लो जी, ये की हो गया साडा संयुक्त बैठकों का कॉन्सैप्ट। हुण एक चीज़ इत्थे होर ध्यान च रखोगे कि जदों साडे देश दे विच असीं धन बिल जिहड़ा कि असीं पढ़ के हटियां मनी बिल नूं लैके गल करदे हां, मनी बिल दे संबंध दे नाल कदे भी साडे देश दे विच किहड़े सैशन नहीं बुलाए जांदे? जॉइंट सैशन नहीं बुलाए जांदे। कदे भी धन बिल मनी बिल दे नाल संबंधित साडे देश दे विच जॉइंट सैशन कॉल हो ही नहीं सकते, क्योंकि धन बिल नूं लैके अल्टीमेट पावर है जिहड़ी वो साडे देश दे किहड़े सदन कोले आ? लोक सभा। पर जॉइंट सैशन बुलाए कदों जांदे ने? जदों असीं गल करदे हां सधारण बिलां दी, ऑर्डनरी बिल्स दी। इन्ना पॉइंट क्लीयर होया सब नूं? चलो जी, इस तो बाद जे आपां गल करिए अज तक साडे देश दे विच 3 बिल इहो जे होए ने जिन्हां नूं असीं किहड़ियां बैठकां दे विच डिस्कस करके पास कीता है संयुक्त बैठकां दे विच। वो 3 बिल किहड़े-किहड़े ने? सब तो पहला बिल हैगा डॉरी प्रोहिबिशन बिल, जिन्हों तुसीं दहेज विरोधी बिल कह दिंदे हो। किहड़ा बिल? दहेज विरोधी बिल। कदों पास होया? 1961 दे विच। किहड़े प्रोविजन दे अंदर पास होएगा? संयुक्त बैठकां। दूसरा बिल आया साडे बैंकिंग सेवा आयोग। बैंकिंग सेवा आयोग, ये बिल कदों पास होया? 1978 1978। किहड़ियां बैठकां च पेश होएगा? किहड़ियां बैठकां च पास होएगा? संयुक्त बैठकां दे विच। तीजा साडे बिल होएगा आतंकवाद निरोधक बिल, एंटी टैरोरिज्म, जिन्हों तुसीं पोटा कहने हो, प्रिवेंशन ऑफ टैरोरिज्म एक्ट। आतंकवादी निरोधक बिल असल दे विच 2002 दे विच पास होया सी, पर ये 2005 च खत्म कर दिता गया सी। पर फिर भी असीं इहनूं पढ़दे हां कि जदों आतंकवादी निरोधक बिल है जां जिन्हों तुसीं कई वारी थोड़ा एग्जामिनर पोटा पा देना, पिछले क्वेश्चन आया होया पेपर दे विच कि पोटा बिल है जिहड़ा संयुक्त बैठकां दे विच की कीता गया पास। याद रखोगे अज तक भारती संविधान दे विच सिर्फ 3 बिल होए ने जिहड़े संयुक्त बैठकां दे अंडर पास होए ने। किहड़े-किहड़े? डॉरी प्रोहिबिशन बिल, बैंकिंग सेवा कमीशन ते पोटा, प्रिवेंशन ऑफ टैरोरिज्म एक्ट। पॉइंट क्लीयर होया? 2 साडे बिल हो गए, धन बिल ते सधारण बिल। अगला बिल है जिहड़ा साडे देश दे विच, हुण देखो मैं एक पॉइंट क्लीयर कीता कि बेसिकली जिहड़ा धन बिल आ ते जिहड़ा वित्त बिल आ, ये आ गया साडा मनी, ये आ गया साडा फाइनैंशियल बिल। मनी बिल नूं पास करन दी विधि आपां सारे कर चुके हैं। जिहड़ा फाइनैंशियल बिल हुंदा धन बिल नूं छड्ड के उहनूं ऑलमोस्ट पास करन दी विधि किहदे वर्गी आ? ऑर्डनरी बिलां वर्गी आ, जिन्हों तुसीं की कॉल करदे हो? सधारण बिल कॉल करदे हो। पर एक चीज़ इत्थे बहुत इंपॉर्टेंट आ, जिहड़े कि सधारण बिल हुंदे ने, फाइनैंशियल नूं छड्ड के सधारण बिल हुंदे ने, वो कदे भी राष्ट्रपति की अगेतरी प्रवानगी ते नहीं रखे जाते। पर जिहड़े साडे देश दे विच वित्त बिल हुंदे ने जी, वित्त बिल का आर्टिकल दसो? 107। वित्त बिल का आर्टिकल कितना हुंदा हैगा? कितना हुंदा है? 107। बिल्कुल नहीं, कितना हुंदा है? 117। सही है, देखो ध्यान नाल। वित्त बिल का आर्टिकल कितना हुंदा है? 117। सो जे आपां गल करिए जिहड़े वित्त बिल ने ये हमेशा ही किहदी रैकमेंडेशन ते रखे जाणगे? साडे देश दे राष्ट्रपति दी रैकमेंडेशन ते। ध्यान च रखोगे कि फाइनैंशियल बिल ते ऑर्डनरी बिल, वित्त बिल ਅਤੇ ਸਧਾਰਨ ਬਿੱਲ ਦੇ ਵਿੱਚ ਇੱਕੋ ਫਰਕ ਹੈ, ਖਾਸ ਤੌਰ ਤੇ ਜਿਹੜੇ ਤਾਂ ਸਧਾਰਨ ਬਿੱਲ ਨੇ ਉਹਨਾਂ ਲਈ ਰਾਸ਼ਟਰਪਤੀ ਦੀ ਅਗੇਤਰੀ ਪ੍ਰਵਾਨਗੀ नहीं चाहिदी, पर जेड़े वित्त बिल ने उन्हां लई राष्ट्रपति की अगेतरी प्रवानगी चाहिदी है। और दूसरा पॉइंट है वो उहदे वर्गा ही है कि सदन दे किसी भी हिस्से विच रखे जा सकते ने, वैदर इट इज़ लोक सभा और राज्य सभा।
ਕੀ ਕਰੋਗੇ ਕਿ ਸਦਨ ਦੇ ਕਿਸੇ ਵੀ ਹਿੱਸੇ 'ਚ ਰੱਖੇ ਜਾ ਸਕਦੇ ਨੇ। ਇਟ ਕੈਨ ਬੀ ਲੋਕ ਸਭਾ ਔਰ ਰਾਜ ਸਭਾ। ਪੁਆਇੰਟ ਕਲੀਅਰ ਹੋਇਆ। ਤੀਸਰਾ ਪੁਆਇੰਟ ਆਪਾਂ ਕੀ ਕਰਦੇ ਹੁੰਦੇ ਆ, ਬਹੁਮਤ। ਜਦੋਂ ਆਪਾਂ ਇਹਨਾਂ ਦੇ ਉੱਪਰ ਬਹੁਮਤ ਦੀ ਗੱਲ ਕਰਦੇ ਆ ਤਾਂ ਕਿਹੜੇ ਬਹੁਮਤ ਦੀ ਜ਼ਰੂਰਤ ਪੈਂਦੀ ਹੈ ਸਾਨੂੰ, ਸਧਾਰਨ ਬਹੁਮਤ ਦੀ। ਯਾਦ ਰੱਖੋਗੇ ਕਿਹੜੇ ਬਹੁਮਤ ਦੀ ਜ਼ਰੂਰਤ ਪੈਂਦੀ ਹੈ ਸਾਨੂੰ, ਸਧਾਰਨ ਬਹੁਮਤ ਦੀ। ਹੁਣ ਇੱਕ ਪੁਆਇੰਟ ਹੋਰ ਕਿ ਜਦੋਂ ਅਸੀਂ ਕਿਹਾ ਕਿ ਜਿਹੜੇ ਧਨ ਬਿੱਲ ਨੇ, ਮਨੀ ਬਿੱਲ ਨੇ, ਉਹਨਾਂ ਨਾਲ ਸੰਬੰਧਿਤ ਕਦੇ ਵੀ ਜੁਆਇੰਟ ਸੈਸ਼ਨ ਨਹੀਂ ਬੁਲਾਏ ਜਾਂਦੇ। ਸਧਾਰਨ ਬਿੱਲ ਨਾਲ ਸੰਬੰਧਿਤ ਜੁਆਇੰਟ ਸੈਸ਼ਨ ਬੁਲਾਏ ਜਾ ਸਕਦੇ ਨੇ ਔਰ ਫਾਈਨੈਂਸ਼ੀਅਲ ਬਿੱਲ ਦੇ ਨਾਲ ਸੰਬੰਧਿਤ ਸੰਯੁਕਤ ਬੈਠਕਾਂ ਜੁਆਇੰਟ ਸੈਸ਼ਨ ਬੁਲਾਏ ਜਾ ਸਕਦੇ ਨੇ। 4 ਬਿੱਲਾਂ ਦੇ ਵਿੱਚੋਂ 2 ਬਿੱਲ ਹੈਗੇ ਨੇ ਜਿਹੜੇ 2 ਬਿੱਲ ਹੈਗੇ ਨੇ ਜਿਹੜੇ ਉਹ ਤਾਂ ਕਹਿੰਦੇ ਨੇ ਕਿ ਜੁਆਇੰਟ ਸੈਸ਼ਨ ਬੁਲਾ ਸਕਦੇ ਆ, 2 ਬਿੱਲ ਕਹਿੰਦੇ ਨਹੀਂ ਬੁਲਾ ਸਕਦੇ। ਕਿਹੜੇ ਕਿਹੜੇ ਬੁਲਾ ਸਕਦੇ ਨੇ, ਇੱਕ ਤਾਂ ਵਿੱਤ ਬਿੱਲ ਦੇ ਲਈ ਅਸੀਂ ਜੁਆਇੰਟ ਸੈਸ਼ਨ ਬੁਲਾ ਸਕਦੇ ਆ, ਇੱਕ ਸਧਾਰਨ ਬਿੱਲ ਦੇ ਲਈ ਅਸੀਂ ਜੁਆਇੰਟ ਸੈਸ਼ਨ ਬੁਲਾ ਸਕਦੇ ਆ। ਕਿਹੜਿਆਂ ਲਈ ਕਦੇ ਨਹੀਂ ਬੁਲਾ ਸਕਦੇ, ਇੱਕ ਮਨੀ ਬਿੱਲ ਦੇ ਲਈ, ਇੱਕ ਸੋਧ ਬਿੱਲ ਦੇ ਲਈ। ਇੱਕ ਧਨ ਬਿੱਲ ਦੇ ਲਈ, ਇੱਕ ਸੋਧ ਬਿੱਲ ਦੇ ਲਈ ਅਸੀਂ ਕਦੇ ਵੀ ਸੰਯੁਕਤ ਬੈਠਕਾਂ ਨਹੀਂ ਬੁਲਾ ਸਕਦੇ। ਇਹਨੂੰ ਧਿਆਨ 'ਚ ਰੱਖਣਾ ਹੈਗਾ। ਸੋ ਸਾਡਾ ਆਖਰੀ ਬਿੱਲ ਜਿਹੜਾ ਰਹਿ ਗਿਆ, 3 ਬਿੱਲ ਅਸੀਂ ਡਿਸਕਸ ਕਰ ਲਏ, ਆਖਰੀ ਬਿੱਲ ਜਿਹੜਾ ਸਾਡਾ ਰਹਿ ਗਿਆ ਉਹ ਹੈਗਾ ਸਾਡਾ ਸੋਧ ਬਿੱਲ, ਜਿਹਨੂੰ ਤੁਸੀਂ ਇੰਗਲਿਸ਼ ਦੇ ਵਿੱਚ ਕਿਹੜਾ ਬਿੱਲ ਕਹਿ ਦਿੰਦੇ ਹੋ, ਅਮੈਂਡਮੈਂਟ ਬਿੱਲ ਕਹਿ ਦਿੰਦੇ ਹੋ। ਦੈਟ ਕਮਸ ਅੰਡਰ ਆਰਟੀਕਲ 368। ਇੰਪੋਰਟੈਂਟ, ਜਦੋਂ ਅਸੀਂ ਅਮੈਂਡਮੈਂਟ ਬਿੱਲ ਦੀ ਗੱਲ ਕਰਦੇ ਹਾਂ, ਸੋਧ ਬਿੱਲ ਦੀ ਗੱਲ ਕਰਦੇ ਹਾਂ, ਸਿੰਪਲ ਜੇ ਤਾਂ ਸਾਡਾ ਸੋਧ ਬਿੱਲ ਹੈਗਾ ਜਿਹੜਾ ਉਹ ਕੇਂਦਰ ਤੱਕ ਲਿਮਟਿਡ ਆ, ਸਿਰਫ ਕੇਂਦਰ ਸਰਕਾਰ ਦੇ ਕੋਲੇ ਤੱਕ ਰਹਿ ਰਿਹਾ, ਫਿਰ ਤਾਂ ਅਸੀਂ ਜਿਹੜਾ ਵੀ ਸਾਡਾ ਸੋਧ ਬਿੱਲ ਹੈ ਇਹਨੂੰ ਸਦਨ ਦੇ ਪਹਿਲਾ ਕੰਮ ਕੀ ਹੈ, ਕਿਹੜੇ ਹਿੱਸੇ 'ਚ ਰੱਖਣਾ ਹੈਗਾ। ਪਹਿਲਾ ਕੰਮ ਕੀ ਹੈ, ਸਦਨ ਦੇ ਕਿਹੜੇ ਹਿੱਸੇ 'ਚ ਰੱਖਣਾ, ਕਿਸੇ ਵੀ ਹਿੱਸੇ 'ਚ ਰੱਖ ਸਕਦੇ ਹਾਂ। ਰੱਖ ਸਕਦੇ ਹਾਂ, ਚਾਹੇ ਲੋਕ ਸਭਾ ਤੇ ਚਾਹੇ ਰਾਜ ਸਭਾ। ਦੂਸਰੀ ਚੀਜ਼, ਕਈ ਬਿੱਲ ਇਹੋ ਜਿਹੇ ਜਿਨ੍ਹਾਂ ਉੱਪਰ ਰਾਸ਼ਟਰਪਤੀ ਦੀ ਅਗੇਤਰੀ ਪ੍ਰਵਾਨਗੀ ਚਾਹੀਦੀ ਹੈ, ਕਈ ਬਿੱਲ ਇਹੋ ਜਿਹੇ ਜਿਨ੍ਹਾਂ ਉੱਪਰ ਕਿਸੇ ਵੀ ਤਰੀਕੇ ਦੀ ਰਾਸ਼ਟਰਪਤੀ ਦੀ ਅਗੇਤਰੀ ਪ੍ਰਵਾਨਗੀ ਦੀ ਜ਼ਰੂਰਤ ਨਹੀਂ ਹੁੰਦੀ। ਸੋਧ ਬਿੱਲ ਇਹੋ ਜਿਹੇ ਬਿੱਲ ਨੇ ਜਿਨ੍ਹਾਂ ਉੱਪਰ ਰਾਸ਼ਟਰਪਤੀ ਦੀ ਅਗੇਤਰੀ ਪ੍ਰਵਾਨਗੀ ਦੀ ਜ਼ਰੂਰਤ ਨਹੀਂ ਪੈਂਦੀ। याद रखोगे सोध बिल इहो जे जिन्हां उपर राष्ट्रपति की अगेतरी प्रवानगी की जरूरत नहीं पैंदी और सदन के किसी भी हिस्से च रखे जा सकते ने, चाहे तो वह लोक सभा है चाहे वह राज्य सभा है। अगला पॉइंट, बहुमत की जरूरत पऊगी डेफिनेटली, क्योंकि बहुमत ही तो डिसाइड करूगा, मेजोरिटी ही तो डिसाइड करूगी कि बिल पास होगा कि बिल रुकूगा। वेरी इंपॉर्टेंट, सोध बिल उपर अमेंडमेंट बिल उपर हमेशा ही किहड़े बहुमत की जरूरत पैंदी है, खास बहुमत की, जिन्हों तुसी किहड़ी मेजोरिटी कॉल करते हो स्पैशल। हुण देखो स्पैशल मेजोरिटी हुंदी की है, जे आपां गल करिए आम बहुमत की, आम बहुमत की हो रहा सी 1/2+1 ते जिहड़ा खास बहुमत है वो किन्ना हो रहा हैगा 2/3 मेजोरिटी है। फॉर एग्जाम्पल उदाहरण के तौर पर लोक सभा दे विचों बिल पास होना है, लोक सभा दे किन्नियां सीटां ने 545, जे किते 545 दे 2/3 हिस्सा मैंबर हाँ च वोट पाउणगे, फिर ही साडी लोक सभा दे विच किहड़ा बहुमत अप्रूव होऊगा, खास बहुमत, जिहड़ा कि किहदे लई जरूरी है, सोध बिल दे लई। सेम चीज़ जो राज सभा चला गया, राज सभा दी किन्नियां सीटां ने 245, फिर किन्नियां दा 2/3 कर लोगे 245 दा। सो बेसिकली खास बहुमत 2/3 हुंदा है, 2/3 हुंदा हैगा जदों असीं अमेंडमेंट बिल नूं लैके गल करदे हां। लो जी ये पॉइंट क्लीयर है, अमेंडमेंट बिल सदन के किसी भी हिस्से च जा सकदा है, राष्ट्रपति की अगेतरी प्रवानगी की जरूरत नहीं पैंदी, 2/3 मेजोरिटी हुंदी है जिहड़ी चाहीदी हैगी। जे आपां अगले पॉइंट की गल करिए, सोध बिल 2 तरीके दे नाल हुंदे ने, अमेंडमेंट बिल 2 तरीके दे नाल हुंदे ने। किवें किवें, एक तां सोध बिल वो ने जिहड़े सिर्फ केंद्र तक पास करन दी जरूरत पैंदी है, एक सोध बिल वो ने जिहड़े साडे देश दे फैडरल स्ट्रक्चर नूं अफैक्ट करदे ने। फैडरल स्ट्रक्चर नूं अफैक्ट करन दा मतलब की है, जिन्हां दा संबंध साडे देश दीआं स्टेट्स जां राज्यां दे नाल भी हुंदा है। सो इहो जे सोध बिल जिहड़े कि फैडरल स्ट्रक्चर नूं, संघात्मक शासन प्रणाली नूं प्रभावित करदे होण, उन्हां नूं पास करन दा तरीका थोड़ा जिहा वखरा। किवें वखरा हैगा, उहदे लई बिल हमेशा किहदे कोले चले जाणगे, साडे राज्यां कोले चले जाणगे। हुण नॉर्मल की होऊगा, पहलां केंद्र च बिल जाऊगा, केंद्र दे विच
ਬਿੱਲ ਹੈ ਜਿਹੜਾ ਉਸੇ ਤਰੀਕੇ ਨਾਲ ਪਾਸ ਹੋਊਗਾ। ਨਾਰਮਲ ਪ੍ਰੋਸੈਸ ਹੈ, ਜਿਵੇਂ ਨਾਰਮਲ ਹੁੰਦਾ ਲੋਕ ਸਭਾ ਜਾਂ ਰਾਜ ਸਭਾ ਕਿਸੇ 'ਚ ਵੀ ਜਾ ਸਕਦਾ ਹੈਗਾ। ਨੋ ਰეკਮੈਂਡੇਸ਼ਨ ਆਫ ਪ੍ਰੈਜ਼ੀਡੈਂਟ ਚਾਹੀਦਾ ਹੁੰਦਾ, ਮਤਲਬ ਕੋਈ ਜ਼ਰੂਰਤ ਨਹੀਂ, 2/3 ਮੈਜੋਰਿਟੀ ਚਾਹੀਦੀ ਹੈ। ਪਰ ਇੱਥੇ ਗੱਲ ਨਹੀਂ ਨਿਬੜਦੀ। ਇਸ ਤੋਂ ਬਾਅਦ ਜਿਹੜੇ ਸਾਡੇ ਅਮੈਂਡਮੈਂਟ ਬਿੱਲ ਜੇ ਉਹ ਫੈਡਰਲ ਸਟਰਕਚਰ ਨੂੰ ਅਫੈਕਟ ਕਰ ਰਹੇ ਨੇ, ਕਿਹਦੇ ਕੋਲੇ ਜਾਣਗੇ? ਰਾਜਾਂ ਕੋਲੇ। ਹੁਣ ਇੱਥੇ ਦੱਸੋ ਕੀ ਬਣਦਾ, ਇੱਥੇ ਦੇਖੋ ਕੀ ਬਣਦਾ। 50% ਤੋਂ ਜ਼ਿਆਦਾ ਸਟੇਟਸ ਨੇ ਜਿਹੜੀਆਂ, ਜਿਵੇਂ ਹੁਣ ਆਪਾਂ ਗੱਲ ਕਰਦੇ ਹਾਂ ਭਾਰਤ ਦੇ ਵਿੱਚ ਟੋਟਲ ਕਿੰਨੀਆਂ ਸਟੇਟਸ ਨੇ? 28। ਘੱਟ ਤੋਂ ਘੱਟ ਬਿੱਲ 14+1 ਭਾਵ ਕਿ ਕਿੰਨੇ ਰਾਜਾਂ ਤੋਂ ਪਾਸ ਹੋਣਾ ਜ਼ਰੂਰੀ ਹੋਣਾ ਚਾਹੀਦਾ? 15 ਰਾਜਾਂ ਤੋਂ ਪਾਸ ਹੋਣਾ ਜ਼ਰੂਰੀ ਹੈ। ਜੇ ਆਪਾਂ ਗੱਲ ਕਰੀਏ ਰਾਜਾਂ ਤੋਂ ਸਾਡੇ ਬਿੱਲ ਪਾਸ ਕਰਨ ਦੇ ਲਈ ਕੀ ਹੁੰਦੀਆਂ ਨੇ? ਵਿਧਾਨ ਸਭਾਵਾਂ ਜਾਂ ਫਿਰ ਕੀ ਹੁੰਦੀਆਂ ਨੇ? ਵਿਧਾਨ ਪ੍ਰੀਸ਼ਦਾਂ। ਸੋ ਰਾਜ ਲੈਵਲ ਤੇ ਸਟੇਟ ਪੱਧਰ ਤੇ ਕਿਹੜਾ ਕਿੱਥੋਂ ਬਿੱਲ ਪਾਸ ਹੋਊਗਾ? ਵਿਧਾਨ ਸਭਾ ਜਾਂ ਵਿਧਾਨ ਪ੍ਰੀਸ਼ਦ ਚੋਂ। ਉਹ ਕਿੰਨੀਆਂ ਸਟੇਟਸ ਦੇ ਵਿੱਚੋਂ ਪਾਸ ਹੋਣਾ ਜ਼ਰੂਰੀ ਹੈ? 50% + 1 15, ਮਤਲਬ 14 ਅੱਧ ਹੋ ਗਿਆ ਨਾ। 14 + 1 ਘੱਟ ਤੋਂ ਘੱਟ 15 ਰਾਜਾਂ ਦੇ ਵਿੱਚੋਂ ਬਿੱਲ ਪਾਸ ਹੋਵੇ। ਹੁਣ ਜਦੋਂ ਅਸੀਂ ਸਟੇਟਸ ਦੇ ਵਿੱਚੋਂ ਬਿੱਲ ਪਾਸ ਕਰਨ ਦੀ ਜ਼ਰੂਰਤ ਕਹਿੰਦੇ ਆ ਕਿ ਜ਼ਰੂਰਤ ਹੈਗੀ ਆ, ਤਾਂ ਫਿਰ ਅਸੀਂ ਉੱਥੇ ਵੀ ਤਾਂ ਕਿਹਦੀ ਗੱਲ ਕਰਾਂਗੇ? ਬਹੁਮਤ ਦੀ। ਸੈਂਟਰ ਦੇ ਵਿੱਚ, ਕੇਂਦਰ ਦੇ ਵਿੱਚ ਬਹੁਮਤ ਕਿੰਨਾ ਚਾਹੀਦਾ? 2/3। ਪਰ ਸਟੇਟ ਦੇ ਵਿੱਚ ਬਹੁਮਤ ਕਿੰਨਾ ਚਾਹੀਦਾ? ਆਮ ਬਹੁਮਤ। ਇਹਨੂੰ ਲੈ ਕੇ ਵੀ ਸਟੂਡੈਂਟਸ ਬੜਾ ਕਨਫਿਊਜ਼ ਹੁੰਦੇ ਨੇ, ਜਿਹਨੂੰ ਤੁਸੀਂ ਕੀ ਕਾਲ ਕਰਦੇ ਹੋ? ਸਿੰਪਲ ਮੈਜੋਰਿਟੀ, ਜਿਹੜੀ ਕਿ ਕਿੰਨੀ ਹੁੰਦੀ ਆ? ½ + 1 50% + 1। ਕਿਵੇਂ ਕਿ ਜਦੋਂ ਅਸੀਂ ਰਾਜਾਂ ਦੇ ਵਿੱਚ ਅਮੈਂਡਮੈਂਟ ਬਿੱਲ ਲੈ ਕੇ ਜਾਂਦੇ ਆ, ਰਾਜਾਂ ਦੀਆਂ ਜਿਹੜੀਆਂ ਸਟੇਟ ਅਸੈਂਬਲੀਜ਼ ਹੁੰਦੀਆਂ ਨੇ ਉਹਨਾਂ ਦੇ ਵਿੱਚੋਂ ਬਿੱਲ ਕਿਹੜੀ ਮੈਜੋਰਿਟੀ ਦੇ ਨਾਲ ਪਾਸ ਹੋਣਾ ਜ਼ਰੂਰੀ ਹੈ? ਸਿੰਪਲ। ਸੈਂਟਰ ਦੇ ਵਿੱਚ ਬਿੱਲ ਕਿਹੜੀ ਮੈਜੋਰਿਟੀ ਦੇ ਨਾਲ ਪਾਸ ਹੋਣਾ ਜ਼ਰੂਰੀ ਹੈ? ਖਾਸ। ਸੋ ਇਹ ਬਹੁਤ ਹੀ ਜ਼ਰੂਰੀ ਕਨਸੈਪਟ ਤੁਹਾਡੇ ਪੇਪਰ ਦੇ ਲਈ ਹੋਣ ਵਾਲਾ ਹੈਗਾ ਕਿ ਬਿੱਲ ਕਿੱਥੇ ਰੱਖੇ ਜਾਂਦੇ ਨੇ, ਕਿਹੜੇ ਤਰੀਕੇ ਦੇ ਹੁੰਦੇ ਨੇ, ਕਿਵੇਂ ਪਾਸ ਕੀਤੇ ਜਾਂਦੇ ਨੇ, ਕਿੰਨੇ ਬਹੁਮਤ ਦੀ ਜ਼ਰੂਰਤ ਹੈ। ਇਹ ਸਾਰੀਆਂ ਚੀਜ਼ਾਂ ਨੇ ਜਿਹੜੀਆਂ ਤੁਹਾਡੀ ਅੱਜ ਦੀ ਕਲਾਸ ਦੇ ਵਿੱਚ ਕਲੀਅਰ ਹੋ ਗਈਆਂ। ਮੈਂ ਜਲਦੀ ਤੋਂ ਜਲਦੀ ਇਹਦੇ ਨਾਲ ਹੀ ਰਿਲੇਟਡ ਜਾਂ ਹੋਰ ਟੌਪਿਕਸ ਨਾਲ ਰਿਲੇਟਡ ਕੁਐਸਚਨ ਸੀਰੀਜ਼ ਲੈ ਕੇ ਆਉਣ ਵਾਲੀ ਹਾਂ। ਸੋ ਜ਼ਿਆਦਾ ਜੇ ਤੁਸੀਂ ਐਜ਼ ਅ ਕੁਐਸਚਨ ਫਾਰਮ ਦੇਖਣਾ ਤਾਂ ਤੁਸੀਂ ਉਹਨਾਂ ਲੈਕਚਰਸ ਦੇ ਵਿੱਚ ਦੇਖ ਸਕਦੇ ਹੋ। ਬਾਕੀ ਫਸਟ ਲੈਕਚਰ ਦੇ ਵਿੱਚ ਮੈਂ ਤੁਹਾਨੂੰ ਪੋਲੀਟੀਕਲ ਦੀ ਫੁੱਲੀ ਇੰਟਰੋਡਕਸ਼ਨ ਦਿੱਤੀ ਸੀ। ਸੋ ਬਹੁਤੇ ਬੱਚੇ ਨਾ ਸੁਸਤ ਬੈਠੇ ਨੇ ਮਾਸਟਰ ਕੇਡਰ ਲਈ। ਡੋਂਟ ਵਰੀ, ਮਾਸਟਰ ਕੇਡਰ ਆਉਣ ਵਾਲਾ ਹੈਗਾ। ਕੈਬਨਿਟ ਹੈਗੀ ਜਿਹੜੀ ਉਹ ਬਹੁਤ ਹੀ ਕਹਿ ਲਓ ਕਿ ਉਹਨਾਂ ਦੇ ਉੱਪਰ ਬਹੁਤ ਪ੍ਰੈਸ਼ਰ ਹੈ ਪੋਸਟਾਂ ਕੱਢਣ ਦਾ। ਸਪੈਸੀਫਿਕਲੀ ਆ ਰਹੀਆਂ ਨੇ ਤੁਹਾਡੀਆਂ ਪੋਸਟਾਂ। ਐਕਟਿਵ ਰਹੋ। ਆਫ ਟਾਈਮ ਸਟੱਡੀ ਹੈ ਜਿਹੜੀ ਉਹ ਬਹੁਤ ਵੱਡਾ ਤੇ ਇੰਪੋਰਟੈਂਟ ਰੋਲ ਪਲੇ ਕਰਦੀ ਹੈ, ਕਿਉਂਕਿ ਜਦੋਂ ਨੋਟੀਫਿਕੇਸ਼ਨ ਆ ਗਈ ਸਾਰੇ ਭੱਜਣਗੇ, ਸਾਰੇ ਹੀ ਭੱਜਣਗੇ ਜਿਨ੍ਹਾਂ ਨੇ ਪੇਪਰ ਅਪਲਾਈ ਕਰਨਾ ਹੈਗਾ। ਪੇਪਰ ਅਪਲਾਈ ਕਰਨਾ, ਤਿਆਰੀ, ਜਿਹੜੀ ਆਫ ਟਾਈਮ ਤਿਆਰੀ ਹੈ ਨਾ, ਇਹ ਅੱਗੇ ਜਾ ਕੇ ਤੁਹਾਨੂੰ ਫਲ ਦੇਊਗੀ ਅਸਲੀ। ਸੋ ਬੇਸਿਕਲੀ ਐਕਟਿਵ ਹੋ ਜਾਓ, ਆਪਣੀ ਤਿਆਰੀ ਕਰਨੀ ਸ਼ੁਰੂ ਕਰੋ, ਕਿਉਂਕਿ ਵੈਕੈਂਸੀਜ਼ ਆ ਰਹੀਆਂ ਨੇ। ਗਵਰਨਮੈਂਟ ਥੋੜ੍ਹਾ ਜਿਹਾ ਡਿਲੇ ਕਰ ਰਹੀ ਹੈ ਕਿਉਂਕਿ ਇਲੈਕਸ਼ਨਸ ਦੀ ਅਨਾਊਂਸਮੈਂਟ ਹੈ ਜਿਹੜੀ ਮੇਰੇ ਖਿਆਲ 'ਚ 27 ਮਾਰਚ ਨੂੰ ਹੋਗੀ। ਕੋਡ ਆਫ ਕੰਡਕਟ 1 ਮਹੀਨਾ ਪਹਿਲਾਂ ਲੱਗਦਾ। ਗਵਰਨਮੈਂਟ ਕੋਲੇ 4 ਮਹੀਨੇ ਨੇ ਕੰਮ ਕਰਨ ਦੇ ਲਈ। ਇਟਸ ਮੋਰ ਦੈਨ ਸਫੀਸ਼ੀਐਂਟ ਹੋ ਜਾਊਗਾ ਤੁਹਾਡਾ, ਹੈ ਨਾ। ਸੋ ਇਹ ਬਿੱਲਾਂ ਵਾਲਾ ਟੌਪਿਕ ਕਵਰ ਅਪ ਕਰ ਲਓ। ਬਿੱਲਾਂ ਦੇ ਨਾਲ ਰਿਲੇਟਡ ਕੁਐਸਚਨਸ ਕਾਫੀ ਪੇਪਰ 'ਚ ਆ ਜਾਂਦੇ ਹੁੰਦੇ ਨੇ। ਸੋ ਥੈਂਕ ਯੂ ਸੋ ਮਚ ਰਜਨੀ।